ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ। ਪੰਜਾਬ ਚਰਚਾ ਦੇ ਵਿੱਚ ਨਵੀਂ ਕਰੰਸੀ ਮਾਰਕੀਟ ਦੇ ਵਿੱਚ ਮੌਜੂਦ ਹੈ ਕ੍ਰਿਪਟੋ ਕਰੰਸੀ, ਬਿਟਕੋਇਨਸ। ਇਹਨਾਂ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਾਂਗੇ। ਸਾਡੇ ਨਾਲ ਮਾਹਿਰ ਮੌਜੂਦ ਨੇ ਸਕਾਈਪ ਦੁਆਰਾ ਸਟੂਡੀਓਜ਼ ਦੇ ਵਿੱਚ ਡਾਕਟਰ ਰਾਜੀਵ ਖੋਸਲਾ, ਜੋ ਕਿ ਪੇਸ਼ੇ ਵਜੋਂ ਇੱਕ ਲੈਕਚਰਰ ਨੇ ਤੇ ਇਕਨੋਮਿਕਸ ਉਹਨਾਂ ਦਾ ਖਾਸ ਫੀਲਡ ਹੈ। ਐਕਸਪਰਟ ਨੇ R&D ਦੇ ਵਿੱਚ ਔਰ ਹਮੇਸ਼ਾ ਇਹਨਾਂ ਦੇ ਆਰਟੀਕਲਸ ਨਿਊਜ਼ਪੇਪਰਸ ਦੇ ਵਿੱਚ, ਮੈਗਜ਼ੀਨਸ ਦੇ ਵਿੱਚ ਛਪਦੇ ਰਹਿੰਦੇ ਨੇ ਔਰ ਸਾਨੂੰ ਸਾਰਿਆਂ ਨੂੰ ਗਾਈਡਲਾਈਨਸ ਦਿੰਦੇ ਨੇ ਇਕਨੋਮਿਕ ਮੈਟਰਸ ਦੇ ਵਿੱਚ। ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਸ਼ੋਅ ਦੇ ਵਿੱਚ। ਥੈਂਕ ਯੂ ਸਰ, ਮਿਹਰਬਾਨੀ ਜੀ। ਸੋ ਖੋਸਲਾ ਸਰ, ਇਹ ਬਿਟਕੋਇਨਸ ਕੀ ਹੁੰਦੇ ਨੇ, ਕ੍ਰਿਪਟੋ ਕਰੰਸੀ ਕੀ ਹੁੰਦੀ ਹੈ? ਕਿਉਂਕਿ ਆਮ ਇਨਸਾਨ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ, ਪਰ ਨਿਊਜ਼ਪੇਪਰਸ ਦੇ ਵਿੱਚ ਵੱਡੀਆਂ ਵੱਡੀਆਂ ਨਿਊਜ਼ ਆਉਂਦੀਆਂ ਨੇ, ਨਿਊਜ਼ ਚੈਨਲਸ ਦੇ ਵਿੱਚ ਵੱਡੀਆਂ ਵੱਡੀਆਂ ਨਿਊਜ਼ ਆਉਂਦੀਆਂ ਨੇ। ਸਰ, ਇਹ ਇਦਾਂ ਹੈ ਜੀ ਕਿ ਜਿਹੜਾ ਇਹ ਸਰਕਾਰਾਂ ਨੇ ਜਿਹੜੇ ਬੈਂਕਸ ਬਣਾਏ ਸੀ ਉਸ ਤੋਂ ਹਟ ਕੇ ਜਿਹੜਾ ਉਪਰਾਲਾ ਕੀਤਾ ਹੋਇਆ, ਉਹ ਪ੍ਰਾਈਵੇਟ ਜਨਤਾ ਨੇ, ਕੁਝ ਲੋਕਾਂ ਨੇ ਮਿਲ ਕੇ ਇੱਕ ਕਰੰਸੀ ਵੀ ਅਸੀਂ ਸਰਕਾਰ ਨੂੰ ਖੋਰਾ ਲਾ ਲਈਏ, ਅਸੀਂ ਸਰਕਾਰ ਦੀ ਜਿਹੜੀ ਕਰੰਸੀ ਹੈ ਉਹਦੇ ਵਿੱਚ ਨਾ ਕਵਰ ਹੋ ਕੇ, ਨਾ ਉਸ ਦਾ ਯੂਟਿਲਾਈਜ਼ ਕਰਕੇ, ਨਾ ਉਹਨੂੰ ਇਸਤੇਮਾਲ ਕਰਕੇ ਅਸੀਂ ਆਪਣੀ ਇੱਕ ਕਰੰਸੀ ਚਲਾਈਏ। ਪ੍ਰਾਈਵੇਟ ਕਰੰਸੀ ਜਿਹੜੀ ਹੈ, ਉਹ ਜਿਹੜੀ ਕਰੰਸੀ ਹੈ ਉਹਨੂੰ ਇਹਨਾਂ ਨੇ ਕ੍ਰਿਪਟੋ ਕਰੰਸੀ ਕਿਹਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹਨੂੰ ਕ੍ਰਿਪਟੋ ਕਿਉਂ ਕਹਿੰਦੇ ਨੇ, ਇਹਦਾ ਨਾਮ ਕੁਝ ਹੋਰ ਕਿਉਂ ਨਹੀਂ ਰੱਖਤਾ? ਕ੍ਰਿਪਟੋ ਇਸ ਕਰਕੇ ਕਹਿੰਦੇ ਇਨਕ੍ਰਿਪਟਡ ਹੈ। ਇਹ ਜਿਹੜੀ ਕਰੰਸੀ ਹੈ ਇੱਕ ਟੈਕਨੀਕ ਹੈ ਜਿਸ ਦਾ ਨਾਮ ਬਲੌਕਚੇਨ ਹੈ। ਇਹ 1990 ਦੇ ਵਿੱਚ ਇੱਕ ਟੈਕਨੀਕ ਇਜਾਦ ਹੋਈ ਸੀ। ਹੁਣ ਏਦਾਂ ਹੋਇਆ ਕਿ ਜਿਸ ਤਰੀਕੇ ਦੇ ਨਾਲ ਸਾਡਾ ਜਿੱਦਾਂ ਇੰਟਰਨੈਟ ਸੀਗਾ, ਇੰਟਰਨੈਟ ਬੇਸਿਕਲੀ ਫੌਜੀਆਂ ਨੇ ਯੂਨਾਈਟਿਡ ਸਟੇਟਸ ਦੇ ਵਿੱਚ ਆਪਣੇ ਲਈ ਇੱਕ ਚੀਜ਼ ਬਣਾਈ ਸੀ, ਇੱਕ ਉਪਰਾਲਾ ਕੀਤਾ ਸੀ ਜਿਹਦੇ ਨਾਲ ਉਹ ਆਪਸ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ ਉਹਨੂੰ ਐਕਸਚੇਂਜ ਕਰ ਸਕਣ। ਇਸੇ ਤਰੀਕੇ ਦੇ ਨਾਲ ਪ੍ਰਾਈਵੇਟ ਲੋਕਾਂ ਨੇ ਏਦਾਂ ਸੋਚਿਆ ਵੀ ਅਸੀਂ ਬਾਰ-ਬਾਰ ਜਦੋਂ ਸਰਕਾਰ ਦੀ ਕਰੰਸੀ ਕਦੇ ਉੱਪਰ ਜਾਂਦੀ ਹੈ, ਕਦੇ ਡਾਲਰ ਨੀਚੇ ਹੁੰਦਾ, ਰੁਪਈਆ ਉੱਪਰ ਜਾਂਦਾ, ਰੁਪਈਆ ਥੱਲੇ ਆਉਂਦਾ, ਜਿਹੜਾ ਯੂਰੋ ਹੈ ਉਹ ਉੱਪਰ ਜਾਂਦਾ, ਥੱਲੇ ਆਉਂਦਾ, ਸਿੰਗਾਪੁਰ ਡਾਲਰ ਉੱਪਰ ਜਾਂਦਾ, ਥੱਲੇ ਆਉਂਦਾ, ਵੀ ਅਸੀਂ ਕਿਉਂ ਇਸ ਦੇ ਵਿੱਚ ਫਸਦੇ ਹਾਂ? ਅਸੀਂ ਕਿਉਂ ਸਰਕਾਰਾਂ ਦੀ ਕਰੰਸੀ ਯੂਜ਼ ਕਰੀਏ? ਉਹ ਕਹਿੰਦੇ ਵੀ ਅਸੀਂ ਆਪਣੀ ਪ੍ਰਾਈਵੇਟ ਕੋਈ ਕਰੰਸੀ ਬਣਾ ਲਈਏ। ਉਹਨਾਂ ਨੇ ਉਸ ਬਲੌਕਚੇਨ ਟੈਕਨੀਕ ਨੂੰ ਲੈ ਕੇ, ਕਿਉਂਕਿ ਵੱਡੇ ਤੋਂ ਵੱਡੇ ਮਾਹਰ ਬੈਠੇ ਆ ਜੀ ਅੱਜ ਦੀ ਡੇਟ ਦੇ ਵਿੱਚ, ਇੰਟਰਨੈਟ ਨੇ ਇੱਕ ਕ੍ਰਾਂਤੀ ਲਿਆਂਦੀ ਪਈ ਹੈ, ਤਾਂ ਉੱਥੇ ਦੇ ਜਿਹੜੇ ਮਾਹਰ ਸੀਗੇ ਉਹਨਾਂ ਨੇ ਕਿਹਾ ਵੀ ਆਪਾਂ ਇੱਕ ਏਦਾਂ ਦੀ ਕਰੰਸੀ ਬਣਾਈਏ ਜਿਹਦੇ ਵਿੱਚ ਸਰਕਾਰ ਨੂੰ ਅਸੀਂ ਬਾਈਪਾਸ ਦੇ ਦਈਏ। ਤਾਂ ਇਹ ਜਿਹੜੀ ਕਰੰਸੀ ਹੈ ਉਹਨਾਂ ਨੇ ਆਪ ਬਣਾਈ, ਕੁਝ ਲੋਕਾਂ ਨੇ ਮਿਲ ਕੇ 2009 ਦੇ ਵਿੱਚ ਇਹ ਕਰੰਸੀ ਪਹਿਲੀ ਵਾਰੀ ਹੋਂਦ ਦੇ ਵਿੱਚ ਆਈ ਸੀ। ਤੇ ਇਹ ਜਿਹੜੀ ਕਰੰਸੀ ਹੈ, ਇਹਨੂੰ ਕਿਉਂਕਿ ਇਹ ਬਲੌਕਚੇਨ ਟੈਕਨੀਕ ਦੇ ਨਾਲ ਚੱਲਦੀ ਹੈ, ਉਹਦੇ 'ਚ ਪਤਾ ਨਹੀਂ ਲੱਗਦਾ ਕਿ ਤੁਸੀਂ ਔਰ ਮੈਂ, ਅਸੀਂ ਦੋਨੋਂ ਕਿਸੇ ਕਰੰਸੀ ਦੇ ਵਿੱਚ ਟ੍ਰੇਡ ਕਰਨ ਦੇ ਲਈ, ਲੈਣ ਦੇਣ ਕਰਨ ਦੇ ਲਈ, ਟ੍ਰਾਂਜੈਕਸ਼ਨ ਕਰਨ ਦੇ ਲਈ ਜੇ ਰਾਜ਼ੀ ਹੋ ਜਾਂਦੇ ਆ, ਸਾਡੇ ਨਾਲ ਜਿਹੜੇ ਦੋ ਬੰਦੇ ਆ ਹੋਰ ਜੁੜ ਜਾਂਦੇ ਆ, ਅਸੀਂ ਚਾਰ ਬੰਦੇ ਰਲ ਕੇ ਇੱਕ ਕਰੰਸੀ ਦੇ ਵਿੱਚ ਆਪਸ ਦੇ ਵਿੱਚ ਜਦੋਂ ਟ੍ਰੇਡ ਕਰ ਰਹੇ ਆ ਤਾਂ ਔਰ ਉਹਨੂੰ ਬਲੌਕਚੇਨ ਦੇ ਨਾਲ ਚਲਾ ਰਹੇ ਆ, ਤਾਂ ਉਹ ਜਿਸ ਦੇ ਬਾਰੇ ਨਾ ਤਾਂ ਸਰਕਾਰ ਨੂੰ ਪਤਾ, ਨਾ ਕਿਸੇ ਹੋਰ ਲੋਕਾਂ ਨੂੰ ਪਤਾ। ਬਈ ਇਹਨਾਂ ਚਾਰ ਲੋਕਾਂ ਨੇ, ਖੰਨਾ ਸਾਹਿਬ ਨੇ, ਮੈਂ, ਦੋ ਲੋਕ ਸਾਡੇ ਨਾਲ ਹੋਰ X ਤੇ Y, ਅਸੀਂ ਚਾਰਾਂ ਨੇ ਕਿੱਦਾਂ ਉਸ ਕਰੰਸੀ ਨੂੰ ਚਲਾਉਣਾ ਸਿਰਫ ਸਾਨੂੰ ਹੀ ਪਤਾ। ਅਸੀਂ ਕੀ ਖਰੀਦਿਆ, ਕੀ ਵੇਚਿਆ। that is how ਇਹ ਜਿਹੜੀ ਕਰੰਸੀ ਹੈ ਇਹ ਹੋਂਦ ਦੇ ਵਿੱਚ ਆਈ ਹੈ। ਤਾਂ ਇਹ ਸਿਰਫ ਸਰ ਜਿਹੜਾ ਕ੍ਰਿਪਟੋ ਹੈ, ਕ੍ਰਿਪਟੋ ਵਰਡ ਤਾਂ ਬਹੁਤ ਵੱਡੀ ਚੀਜ਼ ਹੈ, ਅੰਦਰ ਇਹਦੇ ਸੈਂਕੜਿਆਂ ਕਰੰਸੀਜ਼ ਹੈਗੀਆਂ, ਹਜ਼ਾਰਾਂ ਦੇ ਵਿੱਚ ਹੁਣ ਕਰੰਸੀਆਂ। ਪੋਲਕਾ ਡੋਟ ਆ ਗਈ, ਇੰਟਰਨੈਟ ਕੰਪਿਊਟਰ ਆ ਗਈ, ਇਥੇਰੀਅਮ ਆ ਗਈ, ਡੌਗੀ ਕੋਇਨ ਆ ਗਈ, ਬਹੁਤ ਸਾਰੀਆਂ ਕਰੰਸੀਜ਼ ਨੇ ਜਿਨ੍ਹਾਂ ਨੂੰ ਅਸੀਂ ਕ੍ਰਿਪਟੋ ਦੇ ਵਿੱਚ ਚਲਾਉਂਦੇ ਹਾਂ। ਤੇ ਬਿਟਕੋਇਨ ਉਹਦੇ ਚੋਂ ਇੱਕ ਕਰੰਸੀ ਹੈ। ਜਿੱਦਾਂ ਆਪਾਂ ਟੈਲੀਕਮਿਊਨੀਕੇਸ਼ਨ ਦੀ ਗੱਲ ਕਰਦੇ ਹਾਂ, ਵੋਡਾਫੋਨ ਆਈਡੀਆ ਹੈ ਸਾਡੇ ਕੋਲ, ਰਿਲਾਇੰਸ ਜੀਓ ਹੈ, ਇਸੇ ਤਰੀਕੇ ਦੇ ਨਾਲ ਸਾਡੇ ਕੋਲ ਏਅਰਟੈਲ ਹੈ। ਤਾਂ ਉਸ ਤਰੀਕੇ ਦੇ ਨਾਲ ਇਹ ਬਿਟਕੋਇਨ ਹੈ, ਇਥੇਰੀਅਮ ਹੈ, ਡੌਗੀ ਕੋਇਨ ਹੈ, ਪੋਲਕਾ ਡਾਟ ਹੈ, ਇਹ ਸਾਰੀਆਂ ਕਰੰਸੀਜ਼ ਅਲੱਗ-ਅਲੱਗ ਤਰ੍ਹਾਂ ਦੀ ਕ੍ਰਿਪਟੋ ਦੇ ਵਿੱਚ ਆਉਂਦੀਆਂ ਨੇ। ਬਿਟਕੋਇਨ ਇਜ਼ ਦਾ ਪਾਰਟ ਆਫ ਕ੍ਰਿਪਟੋ ਕਰੰਸੀ।
ਬਿਲਕੁਲ ਠੀਕ ਹੈ ਜੀ, ਬਿਲਕੁਲ ਤੁਸੀਂ ਠੀਕ ਹੈ ਇਸ ਚੀਜ਼ ਨੂੰ। ਸੋ ਹੋਰ ਵੀ ਬਹੁਤ ਸਾਰੀਆਂ ਕਰੰਸੀਜ਼ ਨੇ ਬਿਟਕੋਇਨਸ ਤੋਂ ਇਲਾਵਾ ਜੋ ਕ੍ਰਿਪਟੋ ਕਰੰਸੀ ਦੇ ਅੰਡਰ ਆਉਂਦੀਆਂ ਨੇ। ਸੋ ਇਹ ਸਾਰੀ ਟ੍ਰਾਂਜੈਕਸ਼ਨ ਜੋ ਹੈ ਉਹ ਸਰਕਾਰ ਤੋਂ ਹਟ ਕੇ ਕੀਤੀ ਜਾਂਦੀ ਹੈ। ਇਸ ਕਰੰਸੀ ਦਾ ਸ਼ੇਪ ਕੀ ਹੁੰਦੀ ਹੈ? ਜਿਹੜੀ ਮੈਂ ਗੱਲ ਕੀਤੀ ਹੈ ਨਾ ਜੀ, ਇਹਦੀ ਕੋਈ ਸ਼ੇਪ ਨਹੀਂ ਹੈ। ਇਹਦੇ ਚ ਸਾਨੂੰ ਜਾਂ ਜਿਹੜਾ ਵੀ ਇਸਤੇਮਾਲ ਕਰਨ ਵਾਲਾ ਹੈ ਉਹਨੂੰ ਟੋਕਨ ਮਿਲ ਜਾਂਦਾ ਹੈ, ਉਹਨੂੰ ਸਿਰਫ ਟੋਕਨ ਮਿਲਦੇ ਆ। ਜਿੱਦਾਂ ਸਾਡੇ ਅਸੀਂ ਜੇਬ ਦੇ ਵਿੱਚ 1000 ਰੁਪਈਆ, 500 ਰੁਪਈਆ, 2000 ਰੁਪਈਆ ਦਾ ਨੋਟ ਪਾ ਕੇ ਜੇ ਜਾ ਰਹੇ ਆ, ਜਿੱਦਾਂ ਅਸੀਂ ਇਹ ਚੀਜ਼ਾਂ 10 ਰੁਪਏ ਇੱਥੇ ਖਰਚ ਤੇ 50 ਰੁਪਏ ਉੱਥੇ ਖਰਚ ਤੇ ਕੋਈ ਹੋਰ ਜਿਹੜੀਆਂ ਚੀਜ਼ਾਂ ਲੈਣੀਆਂ ਦੇਣੀਆਂ ਹੈ, ਇੱਥੇ ਟੋਕਨ ਦੇ ਥਰੂ ਹੁੰਦਾ। ਹੱਥ ਦੇ ਵਿੱਚ ਸਾਡੇ ਕੋਈ ਪੈਸਾ ਨਹੀਂ ਹੋਏਗਾ, ਕੋਈ ਰੁਪਇਆ ਨਹੀਂ, ਕੋਈ ਪੈਸਾ ਨਹੀਂ। ਸਾਡੇ ਹੱਥ 'ਚ ਸਿਰਫ ਬਿਟਕੋਇਨ ਹੋਣਗੇ, ਉਹ ਵੀ ਸਾਡੇ ਮਤਲਬ ਮਾਈਂਡ ਦੇ ਵਿੱਚ ਹੀ ਹੈਗਾ ਵੀ ਮੇਰੇ ਕੋਲ ਇੰਨੇ ਬਿਟਕੋਇਨ ਹੈਗੇ ਨੇ, ਮੇਰੇ ਕੋਲ ਅੱਧਾ ਬਿਟਕੋਇਨ ਹੈ, ਕਿਉਂਕਿ ਇੱਕ ਬਿਟਕੋਇਨ ਦੀ ਕੀਮਤ ਬਹੁਤ ਜ਼ਿਆਦਾ ਹੈ, ਕਈ $1000 ਹੈ। $63,000 ਦੇ ਉੱਤੇ ਵੀ ਬਿਟਕੋਇਨ ਗਿਆ ਸੀ ਥੋੜੇ ਦੇਰ ਪਹਿਲਾਂ, ਹਜੇ 2 ਮਹੀਨੇ ਪਹਿਲਾਂ। $63,000 ਗੁਣਾ 75 ਕਰ ਦਈਏ ਤਾਂ ਹਿੰਦੁਸਤਾਨ ਦੀ ਉਹਦੇ ਚੋਂ ਵੈਲਿਊ ਨਿਕਲ ਕੇ ਆਉਂਦੀ ਹੈ ਕਿ ਰੁਪਈਆਂ ਦੇ ਵਿੱਚ ਕਿੱਥੇ ਪਹੁੰਚ ਜਾਏਗਾ। 42-43 ਲੱਖ ਰੁਪਈਏ ਦੇ ਉੱਤੇ ਇੱਕ ਬਿਟਕੋਇਨ ਬਣਦਾ। ਤਾਂ ਅਸੀਂ ਤਾਂ ਸਿਰਫ ਉਹਦਾ ਇੱਕ ਬਹੁਤ ਛੋਟਾ ਪਾਰਟ, ਜਿਹੜਾ ਬਹੁਤ ਛੋਟਾ ਅੰਸ਼ ਜਿਹੜਾ ਉਹਨੂੰ ਲੈ ਕੇ ਅਸੀਂ ਉਹਦੀ ਟ੍ਰੇਡਿੰਗ ਕਰਦੇ ਹਾਂ ਵੀ ਮੈਂ ਤੁਹਾਨੂੰ ਦੇ ਦਿੱਤੇ ਜਾਂ ਤੁਸੀਂ ਮੇਰੇ ਤੋਂ ਖਰੀਦ ਲਏ। ਤਾਂ ਇਹ ਚੀਜ਼ ਜਿਹੜੀ ਹੈ ਉਹਦੇ 'ਚ ਹੁੰਦੀ ਹੈ ਜੀ। ਔਰ ਇਹ ਬਲੌਕਚੇਨ ਦੇ ਥਰੂ ਟੋਕਨਸ ਮਿਲਦੇ ਨੇ ਸਾਨੂੰ। ਸਿਰਫ ਟੋਕਨ ਮੇਰੇ ਹੱਥ 'ਚ ਰਹਿਣਗੇ, ਮੈਨੂੰ ਪਤਾ ਹੋਏਗਾ ਮੇਰੇ ਕੋਡ ਦੇ ਵਿੱਚ ਇੰਨੇ ਟੋਕਨ ਪਏ ਨੇ। ਸੋ ਇਹਦੀ ਵੈਲਿਊ ਅਮਰੀਕਨ ਡਾਲਰਸ ਦੇ ਵਿੱਚ ਨਿਸ਼ਚਿਤ ਕੀਤੀ ਜਾਂਦੀ ਹੈ? ਹਾਂਜੀ, ਇਹਦੀ ਵੈਲਿਊ ਜਿਹੜੀ ਹੈ ਉਹ ਅਮਰੀਕਨ ਡਾਲਰਸ ਦੇ ਵਿੱਚ ਹੈ। ਇਸ ਵੇਲੇ ਅਸੀਂ ਰੁਪਈਆ ਜਦੋਂ ਅਸੀਂ ਲਾਉਂਦੇ, ਜੇ ਮੰਨ ਲਓ ਮੈਂ 1 ਲੱਖ ਰੁਪਈਏ ਦੀ ਕਰੰਸੀ ਲੈਣੀ ਹੈ, ਇਹ ਜਿਹੜੀ ਕ੍ਰਿਪਟੋ ਕਰੰਸੀ ਲੈਣੀ ਹੈ, ਤਾਂ ਉਹ 1 ਲੱਖ ਰੁਪਈਏ ਦੀ ਕ੍ਰਿਪਟੋ ਕਰੰਸੀ ਮੈਨੂੰ ਉਹਨਾਂ ਭਾਗ ਜਿਹੜਾ ਹੈ ਡਾਲਰਾਂ ਦੇ ਵਿੱਚ ਅਦਾ ਕਰਕੇ ਤਾਂ ਮੈਨੂੰ ਉਹਨਾਂ ਭਾਗ ਉਹ ਦੇ ਦੇਣਗੇ ਉਹਦਾ। ਸੋ ਇਹਦਾ ਜਿਹੜਾ ਭਾਗ ਦਿੱਤਾ ਜਾਏਗਾ, ਤੁਹਾਨੂੰ ਪਾਰਟ ਦਿੱਤਾ ਜਾਏਗਾ, ਜੋ ਇੰਟਰਨੈਸ਼ਨਲ ਵੈਲਿਊ ਹੈ ਡਾਲਰ ਦੇ ਮੁਕਾਬਲੇ ਦੇ ਵਿੱਚ ਰੁਪਈਆ ਕਿੱਥੇ ਖੜਾ ਹੈ, ਜੋ ਇਹ ਇੰਟਰਨੈਸ਼ਨਲ ਵੈਲਿਊ ਹੈ, ਉਸ ਵੈਲਿਊ ਨੂੰ ਹੀ ਆਧਾਰ ਬਣਾ ਕੇ, ਬੇਸ ਬਣਾ ਕੇ ਤੁਹਾਨੂੰ ਇਹ ਭਾਗ ਦਿੱਤਾ ਜਾਏਗਾ, ਪਾਰਟ ਦਿੱਤਾ ਜਾਏਗਾ ਕ੍ਰਿਪਟੋ ਕਰੰਸੀ ਦਾ। ਬਿਲਕੁਲ ਠੀਕ ਹੈ ਜੀ, ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ। ਜੋ ਇਸ ਵੇਲੇ ਜੇ ਸਾਡੀ ਰੁਪਈਏ ਦੀ ਕੀਮਤ ਗਿਰਦੀ ਹੈ ਤਾਂ ਮੇਰੇ ਲਈ ਬਿਟਕੋਇਨ ਦੀ ਜਿਹੜੀ ਵੈਲਿਊ ਹੈ ਜਾਂ ਮੇਰੇ ਲਈ ਉਹਦੀ ਕੀਮਤ ਜਿਹੜੀ ਹੈ ਮੈਨੂੰ ਜ਼ਿਆਦਾ ਅਦਾ ਕਰਨੀ ਪਏਗੀ। ਜੇ ਉਹਦੀ ਕੀਮਤ ਜਿਹੜੀ ਹੈ ਰੁਪਈਏ ਦੀ ਵੱਧ ਜਾਂਦੀ ਹੈ ਤਾਂ ਮੇਰੇ ਲਈ ਬਿਟਕੋਇਨ ਸਸਤਾ ਹੋ ਜਾਏਗਾ। ਹੁਣ ਇੱਕ ਚੀਜ਼ ਇੱਥੇ ਦੇਖਣ ਦੀ ਹੋਰ ਲੋੜ ਹੈ ਖੰਨਾ ਸਾਹਿਬ, ਮੈਂ ਥੋੜਾ ਜਿਹਾ ਇੱਕ ਚੀਜ਼ ਦੇ ਉੱਤੇ ਹੋਰ ਚਾਨਣਾ ਪਾ ਦਿੰਦਾ ਜੀ। ਵੀ ਸਿਰਫ ਬਿਟਕੋਇਨ ਹੈ ਜਿਹੜੀ ਬਹੁਤ ਮਹਿੰਗੀ ਵਿਕ ਰਹੀ ਹੈ, ਬਾਕੀ ਜਿਹੜੀ ਕਰੰਸੀਜ਼ ਨੇ ਉਹ ਇੰਨੀਆਂ ਮਹਿੰਗੀਆਂ ਨਹੀਂ ਹੈ। ਜਦੋਂ ਅਸੀਂ ਬਿਟਕੋਇਨ ਦੇ ਰਿਲੇਟਿਵਲੀ ਬਾਕੀ ਕਰੰਸੀਜ਼ ਦੀ ਗੱਲ ਕਰਦੇ ਹਾਂ ਤਾਂ ਉਹ ਇੰਨੀਆਂ ਮਹਿੰਗੀਆਂ ਨਹੀਂ ਹੈ ਜਿੰਨੀ ਮਹਿੰਗੀ ਬਿਟਕੋਇਨ ਹੈ। ਸੋ ਇਹਦੇ ਵਿੱਚ ਗੱਲ ਇਹ ਹੋ ਗਈ ਕਿ ਜੋ ਇੰਟਰਨੈਸ਼ਨਲ ਮਾਰਕੀਟ ਹੈ ਉਸ ਦੇ ਬੇਸ ਦੇ ਉੱਤੇ ਹੀ ਇਹ ਕਰੰਸੀ ਜੋ ਹੈ ਮਾਰਕੀਟ ਦੇ ਵਿੱਚ ਐਗਜ਼ਿਸਟ ਕਰਦੀ ਹੈ, ਪਰ ਇਹਦੀ ਕੋਈ ਸ਼ੇਪ ਨਹੀਂ ਹੈ। ਇਹ ਡਿਜੀਟਲ ਮਨੀ ਹੈ ਜੋ ਸਾਡੀ ਮਾਈਂਡ ਦੇ ਵਿੱਚ ਹੈ। ਇੱਕ ਟੋਕਨ ਰਿਲੀਜ਼ ਕੀਤਾ ਜਾਂਦਾ ਹੈ, ਜੋ ਅਥਾਰਟੀਜ਼ ਇਹਨੂੰ ਚਲਾ ਰਹੀਆਂ ਨੇ, ਜੋ ਗਰੁੱਪ ਬਣਿਆ ਹੋਇਆ ਹੈ, ਜੋ ਹੈਡ ਆਫ ਦਾ ਗਰੁੱਪ ਹੈ ਉਹਨੂੰ ਕੰਟਰੋਲ ਕਰਦੇ ਨੇ। ਰਾਈਟ ਸਰ? ਬਿਲਕੁਲ। ਸੋ ਇਟ ਮੀਨਸ ਕਿ ਇਹ ਇੱਕ ਪੈਰਲਲ ਇਕਨੋਮੀ ਖੜੀ ਕੀਤੀ ਜਾ ਰਹੀ ਹੈ। ਦੇਖੋ ਜੀ, ਇਸ ਚੀਜ਼ ਦੇ ਬਾਰੇ ਸ਼ੰਕਾ ਹੈ ਵੀ ਇਹ ਪੈਰਲਲ ਇਕਨੋਮੀ ਹੈ ਜਾਂ ਨਹੀਂ। ਪਹਿਲੀ ਚੀਜ਼ ਤਾਂ ਇਹ ਹੈ ਕਿ ਕਿਆ ਇਹਨੂੰ ਕਰੰਸੀ ਕਹਿਣਾ ਠੀਕ ਹੈ, ਕਿਆ ਅਸੀਂ ਇਸ ਵਰਡ ਜਿਹੜਾ ਹੈ ਕਰੰਸੀ ਮੰਨਦੇ ਹਾਂ? ਕਿਉਂਕਿ ਜਿਹੜੀ ਕਰੰਸੀ ਹੁੰਦੀ ਹੈ, ਕਰੰਸੀ ਦਾ ਮਤਲਬ ਤਾਂ ਇਹ ਹੈ ਕਿ ਅਸੀਂ ਜਿਹੜੀ ਚੀਜ਼ ਨੂੰ ਸਾਰੇ ਪਾਸੇ ਸਹਿਮਤੀ ਦੇ ਨਾਲ ਖਰੀਦਿਆ ਤੇ ਵੇਚਿਆ ਜਾ ਸਕੇ ਜਾਂ ਸਵੀਕਾਰ ਕੀਤਾ ਜਾ ਸਕੇ। ਜਿੱਦਾਂ ਅਸੀਂ ਗੋਲਡ ਨੂੰ ਲਈਏ, ਸੋਨਾ ਜਿਹੜਾ ਹੈ ਹਰ ਪਾਸੇ, ਚਾਂਦੀ ਹੈ, ਡਾਲਰ ਹੈ, ਰੁਪਈਆ ਹੈ, ਇਹ ਹਰ ਜਗ੍ਹਾ ਦੇ ਉੱਤੇ। ਈਵਨ ਸ਼ੇਅਰਸ ਜਿਹੜੇ ਨੇ ਸਾਡੇ, ਜੇ ਅਸੀਂ ਸ਼ੇਅਰ ਮਾਰਕੀਟ ਦੇ ਵਿੱਚ ਵੀ ਜਾਂਦੇ ਹਾਂ ਤਾਂ ਸ਼ੇਅਰ ਤੱਕ ਵੀ ਜਿਹੜੇ ਨੇ ਉਹ ਹਰ ਜਗ੍ਹਾ ਸਾਡੀਆਂ ਜਿਹੜੀਆਂ FDs ਨੇ, ਫਿਕਸ ਡਿਪੋਜ਼ਿਟਸ ਨੇ, ਹਰ ਜਗ੍ਹਾ ਤੇ ਇਹਨਾਂ ਨੂੰ ਮਾਨਤਾ ਪ੍ਰਾਪਤ ਹੈ। ਪਰ ਇਹਨੂੰ ਕਰੰਸੀ ਕਹਿਣਾ ਕਿੱਥੋਂ ਤੱਕ ਠੀਕ ਹੈ? ਪਹਿਲਾਂ ਤਾਂ ਸਵਾਲੀਆ ਨਿਸ਼ਾਨ ਉੱਥੇ ਹੀ ਲੱਗ ਜਾਂਦਾ ਹੈ। ਕਿਆ ਇਹ ਕਰੰਸੀ ਹੈ ਵੀ? ਨਾਮ ਅਸੀਂ ਕ੍ਰਿਪਟੋ ਕਰੰਸੀ ਦਿੰਦੇ ਆ। ਹੁਣ ਕੁਝ ਮੁਲਕਾਂ ਨੇ ਤਾਂ ਆਊਟਰਾਈਟਲੀ ਇਹਨੂੰ ਮਨਾ ਕਰਤਾ ਵੀ ਅਸੀਂ ਇਹਨੂੰ ਚੱਲਣ ਨਹੀਂ ਦੇਣਾ। ਚੀਨ ਨੇ ਸਾਫ਼ ਮਨਾ ਕਰਤਾ, ਇੰਡੋਨੇਸ਼ੀਆ ਨੇ ਮਨਾ ਕੀਤਾ, ਨੇਪਾਲ ਨੇ ਮਨਾ ਕੀਤਾ, ਬੋਲੀਵੀਆ ਨੇ ਮਨਾ ਕੀਤਾ, ਕੋਲੰਬੀਆ ਨੇ ਮਨਾ ਕੀਤਾ। ਬਹੁਤ ਸਾਰੇ ਮੁਲਕ ਨੇ ਜਿਨ੍ਹਾਂ ਨੇ ਇਹਨਾਂ ਨੂੰ ਆਊਟਰਾਈਟਲੀ ਮਨਾ ਕਰਤਾ। ਕੁਛ ਇਦਾਂ ਦੇ ਵੀ ਨੇ, ਐਲ ਸਲਵਾਡੋਰ ਹੈ, ਪਹਿਲਾ ਮੁਲਕ ਹੈ ਜਿਹਨੇ ਇਹਨੂੰ ਪੂਰੇ ਤਰੀਕੇ ਦੇ ਨਾਲ ਰੈਕੋਗਨੀਸ਼ਨ ਦੇ ਦਿੱਤੀ ਹੈ, ਮਾਨਤਾ ਪੂਰੀ ਦੇ ਦਿੱਤੀ ਹੈ। ਕਿਊਬਾ
ਬ੍ਰਾਜ਼ੀਲ, ਇਹਨਾਂ ਨੇ ਇਹਨੂੰ ਪੂਰੀ ਮਾਨਤਾ ਦੇ ਦਿੱਤੀ ਹੈ। ਲੇਕਿਨ ਹੁਣ ਕੁਝ ਮੁਲਕ ਜਿਹੜੇ ਉਹਨੂੰ ਮਾਨਤਾ ਦੇ ਰਹੇ ਹੈ, ਕੁਝ ਨਹੀਂ ਦੇ ਰਹੇ ਹੈ, ਤਾਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਇਹ ਖੜਾ ਹੁੰਦਾ ਕਿ ਕਿਆ ਇਹ ਕਰੰਸੀ ਹੈ ਜਾਂ ਨਹੀਂ ਹੈ। ਓਕੇ, ਇਹਨੂੰ ਜਿਹੜਾ ਹੁਣ ਜੇ ਆਪਾਂ ਹੁਣ ਤੁਹਾਡੇ ਸਵਾਲ ਤੇ ਆਨੇ ਆ, ਤਾਂ ਇਹਨੂੰ ਮੈਂ ਤਾਂ ਇਦਾਂ ਸੋਚਦਾ ਵੀ ਇਹ ਇੱਕ ਜਰੀਆ ਹੈ ਜਿਹਦੇ 'ਚ ਅਸੀਂ ਇਨਵੈਸਟਮੈਂਟ ਕਰ ਲਈਏ। ਕੁਝ ਲੋਕਾਂ ਕੋਲ ਜਿਨ੍ਹਾਂ ਕੋਲ ਸਰਪਲਸ ਫੰਡ ਪਏ ਨੇ, ਉਹ ਲੋਕ ਕੁਝ, ਕਿਉਂਕਿ ਸਾਡੀ ਵਰਲਡ ਇਨਇਕੁਐਲਿਟੀ ਦੀ ਰਿਪੋਰਟ ਵੀ ਆਈ ਹੈ, ਉਹ ਦੱਸਦੀ ਹੈ ਵੀ ਬਹੁਤ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਇਨਇਕੁਐਲਿਟੀ ਹੈ। ਤਾਂ ਜਿਨ੍ਹਾਂ ਕੋਲ ਸਰਪਲਸ ਪੈਸਾ ਪਿਆ, ਉਹਨਾਂ ਦੇ ਲਈ ਇੱਕ ਮੀਡੀਅਮ ਹੈ ਜਿਹਦੇ 'ਚ ਉਹ ਪੈਸਾ ਪਾ ਸਕਦੇ ਆ। ਜਿੱਦਾਂ ਅਸੀਂ ਗੋਲਡ ਖਰੀਦ ਲਈਏ, ਕੋਈ ਫਿਕਸ ਡਿਪੋਜ਼ਿਟਸ ਖਰੀਦ ਲਈਏ, ਸਟਾਕ ਮਾਰਕੀਟ ਦੇ ਵਿੱਚ, ਮਿਊਚੁਅਲ ਫੰਡਸ ਦੇ ਵਿੱਚ, ਸਿਸਟਮੈਟਿਕ ਇਨਵੈਸਟਮੈਂਟ ਪਲਾਨ ਸਿਪ ਦੇ ਵਿੱਚ ਪੈਸਾ ਲਾ ਲਈਏ। ਇੱਦਾਂ ਇੱਕ ਚੈਨਲ ਹੈ ਜਿਹਦੇ 'ਚ ਪੈਸਾ ਲੱਗ ਸਕਦਾ। ਹੋਰ ਇਸ ਤੋਂ ਜ਼ਿਆਦਾ ਮੈਨੂੰ ਤਾਂ ਇਸ ਤੋਂ ਜ਼ਿਆਦਾ ਇੱਦਾਂ ਲੱਗਦਾ ਵੀ ਇੱਕ ਹੋਰ ਜਰੀਆ ਪੈਸੇ ਲਾਉਣ ਤੋਂ ਇਲਾਵਾ ਹੋਰ ਤਾਂ ਕੁਝ ਹੈ ਨਹੀਂਗਾ ਜੀ। ਕਿਉਂਕਿ ਇਹਦੇ 'ਚ ਪੈਸਾ ਲਗਾਓਗੇ ਤੇ ਇਹ ਇੰਟਰਨੈਸ਼ਨਲ ਜੋ ਕਰੰਸੀ ਮਾਰਕੀਟ ਹੈ ਉਸ ਦੇ ਮੁਤਾਬਿਕ ਗਾਈਡਡ ਹੈ, ਉਹਦੇ ਮੁਤਾਬਿਕ ਹੀ ਚੱਲਦੀ ਹੈ। ਉਹਦੇ 'ਚ ਵੀ ਸਰ ਜਿਹੜੀ ਮੈਂ ਗੱਲ ਦੱਸੀ ਨਾ ਕਿ ਸ਼ੰਕਾ ਹੈ, ਕੌਣ ਚਲਾਏਗਾ, ਕੌਣ ਇਹਨੂੰ ਚੱਲਣ ਦੇਗਾ, ਕੌਣ ਨਹੀਂ ਚੱਲਣ ਦੇਗਾ। ਇਹਦੇ ਵਿੱਚ ਮੈਂ ਇੱਕ ਪੁਆਇੰਟ ਇਹ ਰੱਖਣਾ ਚਾਹੁੰਦਾ ਤੁਹਾਡੇ ਅੱਗੇ ਕਿ ਜਿਸ ਤਰ੍ਹਾਂ ਕਈ ਲੋਕ ਕਰੰਸੀ ਮਾਰਕੀਟ ਖੇਡਦੇ ਨੇ ਕਿ ਅਲੱਗ-ਅਲੱਗ ਮੁਲਕਾਂ ਦੀ ਕਰੰਸੀ ਖਰੀਦਦੇ ਨੇ, ਫਿਰ ਉਹਨਾਂ ਦੇ ਰੇਟਸ ਉੱਪਰ ਜਾਂਦੇ ਨੇ, ਥੱਲੇ ਜਾਂਦੇ ਨੇ, ਉਹਦੇ ਮੁਤਾਬਿਕ ਉਹ ਸੇਲ ਪਰਚੇਸ ਕਰਦੇ ਨੇ। ਉਹਦੇ ਵਾਕਈ ਹੀ ਕ੍ਰਿਪਟੋ ਕਰੰਸੀ ਵੀ ਇੱਕ ਨਵੀਂ ਕਰੰਸੀ ਹੈ ਜੋ ਇੰਟਰਨੈਸ਼ਨਲ ਮਾਰਕੀਟ ਦੇ ਮੁਤਾਬਿਕ ਹੀ ਚੱਲਦੀ ਹੈ, ਪਰ ਇੱਕ ਨਵੀਂ ਕਰੰਸੀ ਹੋਣ ਕਰਕੇ ਇਹਦੇ ਵੀ ਪ੍ਰਾਈਸ ਅਪ ਡਾਊਨ ਜਾਂਦੇ ਨੇ। ਤੁਸੀਂ ਉਹਦੇ 'ਚ ਪੈਸਾ ਲਗਾ ਸਕਦੇ ਹੋ, ਕੱਢ ਸਕਦੇ ਹੋ, ਸੇਲ ਪਰਚੇਸ ਕਰ ਸਕਦੇ ਹੋ। ਬਿਲਕੁਲ ਠੀਕ ਹੈ ਜੀ, ਇਹੀ ਗੱਲ ਹੈ। ਲੇਕਿਨ ਇਹਦੇ 'ਚ ਇੱਕ ਜਿਹੜਾ ਕੇਵੀਏਟ ਹੈ, ਜਿਹੜੀ ਕੰਡੀਸ਼ਨ ਹੈ, ਕੰਡੀਸ਼ਨ ਇਹ ਹੈ ਵੀ ਉਹ ਮੁਲਕ ਜਿਹੜਾ ਹੈ, ਕਿਆ ਉਹ ਇਸ ਚੀਜ਼ ਨੂੰ ਅਸੈਪਟ ਕਰਦਾ ਕਿ ਨਹੀਂ ਕਰਦਾ। ਹੁਣ ਹਿੰਦੁਸਤਾਨ ਦੇ ਵਿੱਚ ਜਿਹੜਾ ਪੈਸਾ ਲੱਗਾ ਹੋਇਆ, ਜੇ ਬਿੱਲ ਆ ਜਾਂਦਾ ਮਾਰਕੀਟ ਦੇ ਵਿੱਚ, ਜਿਹੜੀ ਸਰਕਾਰ ਨੇ ਇਸ ਵੇਲੇ ਸੰਸਦ ਦੇ ਵਿੱਚ ਬਿੱਲ ਰੱਖਿਆ ਹੋਇਆ, ਕਿਆ ਸਰਕਾਰ ਇਸ ਬਿੱਲ ਨੂੰ ਜੇ ਕ੍ਰਿਪਟੋ ਕਰੰਸੀ ਬਿੱਲ ਦੇ ਨਾਲ ਬੈਨ ਕਰ ਦਿੰਦੀ ਹੈ ਤਾਂ ਉਹਨਾਂ ਲੋਕਾਂ ਦੇ ਪੈਸੇ ਦਾ ਕੀ ਹੋਏਗਾ? ਇਹ ਡਿਪੈਂਡ ਕਰਦਾ ਉਸ ਕੰਟਰੀ ਟੂ ਕੰਟਰੀ, ਉਹ ਮੁਲਕ ਕ੍ਰਿਪਟੋ ਨੂੰ ਚੱਲਣ ਦਿੰਦਾ ਕਿ ਨਹੀਂ ਚੱਲਣ ਦਿੰਦਾ ਜੀ। ਇਹਦਾ ਓਰੀਜਨ ਕਿੱਥੋਂ ਹੈ, ਕਿਸ ਨੇ ਸਟਾਰਟ ਕੀਤੀ, ਇਸ ਵਕਤ ਕੌਣ ਇਹਦਾ ਹੈਡ ਹੈ? ਬਿਟਕੋਇਨ ਦਾ ਜਿਹੜਾ ਓਰੀਜਨ ਹੋਇਆ ਹੈ, ਬਿਟਕੋਇਨ ਇਦਾਂ ਸੀਗਾ ਜੀ, 2008 ਦਾ ਜਿਹੜਾ ਸਾਡੇ ਵਿਸ਼ਵ ਪੱਧਰ ਦੇ ਉੱਤੇ ਇੱਕ ਜਿਹੜੀ ਸਮੱਸਿਆ ਆਈ ਸੀ, ਜਿਹਨੂੰ ਅਸੀਂ ਸਬ ਪ੍ਰਾਈਮ ਕ੍ਰਾਈਸਿਸ ਕਹਿੰਦੇ ਆ, ਜਿਹਦੇ ਕਰਕੇ ਲੇਮਨ ਬ੍ਰਦਰ ਵਰਗੇ ਜਿਹੜੇ ਟੌਪ ਦੇ ਬੈਂਕ ਸੀਗੇ ਉਹ ਡੁੱਬ ਗਏ, ਕਿਉਂਕਿ ਉਹਨਾਂ ਨੇ, ਅਮਰੀਕਾ ਨੇ ਇਦਾਂ ਦੀ ਫੰਡਿੰਗ ਕਰਤੀ ਲੋਕਾਂ ਨੂੰ, ਅਮਰੀਕਾ ਦੇ ਬੈਂਕਾਂ ਨੇ, ਜਿਨ੍ਹਾਂ ਲੋਕਾਂ ਨੂੰ ਨਹੀਂ ਸੀ ਦੇਣੇ ਚਾਹੀਦੇ ਪੈਸੇ। ਉਹਦੇ ਕਰਕੇ ਕੀ ਹੋਇਆ, ਉੱਥੇ ਦੇ ਲੋਕਾਂ ਦਾ ਵਿਸ਼ਵਾਸ ਜਿਹੜਾ ਬੈਂਕਾਂ ਦੇ ਉੱਤੇ ਕਿਤੇ ਨਾ ਕਿਤੇ ਉਹਨੂੰ ਸੱਟ ਵੱਜੀ। ਤਾਂ ਕੁਝ ਲੋਕ ਜਿਹੜੇ ਮਾਹਰ ਸੀਗੇ, ਉਹਨਾਂ ਨੇ ਕਿਹਾ ਵੀ ਅਸੀਂ ਕਿਉਂ ਨਾ ਆਪਣੀ ਕਰੰਸੀ ਬਣਾਈਏ। ਜਦੋਂ ਬੈਂਕ ਸਾਨੂੰ ਜ਼ਰੂਰਤ ਹੈ, ਉਸ ਵੇਲੇ ਸਾਡੀਆਂ ਮੁਸੀਬਤਾਂ ਵੇਲੇ ਸਾਡੇ ਨਾਲ ਨਹੀਂ ਖੜਾ ਹੋਇਆ, ਤਾਂ ਅਸੀਂ ਬੈਂਕਾਂ ਤੇ ਕਿਉਂ ਭਰੋਸਾ ਕਰੀਏ। ਤਾਂ ਇਸ ਕਰਕੇ ਉੱਥੇ ਇੱਕ ਬੰਦਾ ਸੀਗਾ ਜੀ, ਉਹਦਾ ਨਾਮ ਸੀ ਸਤੋਸ਼ੀ ਨਾਕਾਮੋਟੋ ਜੀ, ਸਤੋਸ਼ੀ ਨਾਕਾਮੋਟੋ। ਉਹਨੇ ਕਿਹਾ ਵੀ ਜਦੋਂ ਬੈਂਕ ਸਾਡੀ ਹੈਲਪ ਹੀ ਨਹੀਂ ਕਰ ਸਕਦੇ ਤਾਂ ਅਸੀਂ ਕਿਉਂ ਨਾ ਆਪਣੀ ਕਰੰਸੀ ਕੱਢ ਲਈਏ, ਪ੍ਰਾਈਵੇਟ ਕਰੰਸੀ ਕੱਢ ਲਈਏ। ਉਹਨੇ ਜਿਹੜੀ ਆਪਾਂ ਪਹਿਲੀ ਗੱਲ ਕੀਤੀ ਹੈ ਵੀ ਬਿਟਕੋਇਨ ਜਿਹੜਾ ਹੈ, ਉਹਨੇ ਬਲੌਕਚੇਨ ਟੈਕਨੀਕ ਦੇ ਨਾਲ ਇੱਕ ਕਰੰਸੀ ਬਣਾਈ, ਜਿਹਨੂੰ ਉਹਨੇ ਨਾਮ ਦਿੱਤਾ ਬਿਟਕੋਇਨ। 2009 3 ਜਨਵਰੀ 2009 ਨੂੰ ਇਹ ਉਹਨੇ ਹੋਂਦ ਦੇ ਵਿੱਚ ਲਿਆਂਦੀ। ਉਹਨੇ ਇੱਕ ਪਰਚਾ ਛਾਪ ਕੇ ਇਹ ਗੱਲ ਲੋਕਾਂ ਨੂੰ ਦੱਸੀ ਕਿ ਮੈਂ US ਜਿਹੜਾ ਫੈਡਰਲ ਬੈਂਕ, ਕੇਂਦਰੀ ਬੈਂਕ ਜਿਹੜਾ ਯੂਨਾਈਟਿਡ ਸਟੇਟਸ ਦਾ ਹੈ, ਉਹਨੂੰ ਬਾਈਪਾਸ ਦੇ ਕੇ ਮੈਂ ਆਪਣੀ ਕਰੰਸੀ ਲੈ ਕੇ ਆਇਆ। ਜਿਹੜੇ ਲੋਕ ਮੇਰੇ ਨਾਲ ਹੈਗੇ ਨੇ, ਅਸੀਂ ਉਹਦੇ 'ਚ ਗੇਮ ਖੇਲਾਂਗੇ ਸਾਰੀ। ਤਾਂ ਹੌਲੀ ਹੌਲੀ ਉਹਦਾ ਰੁਤਬਾ ਮਾਰਕੀਟ ਦੇ ਵਿੱਚ ਵੱਧਦਾ ਗਿਆ। ਹਿੰਦੁਸਤਾਨ ਦੇ ਵਿੱਚ ਇਹ ਜਿਹੜਾ ਹੈ 2015-16 ਤੋਂ ਇਹ ਚੀਜ਼ ਜਿਹੜੀ ਹੈ ਹਿੰਦੁਸਤਾਨ ਦੇ ਲੋਕਾਂ ਤੱਕ ਪਹੁੰਚਣੀ ਸ਼ੁਰੂ ਹੋਈ। ਤਾਂ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਸ ਵੇਲੇ, ਕਿਉਂਕਿ ਸਾਨੂੰ ਵੈਸੇ ਵੀ ਥੋੜੀ ਜਿਹੀ ਜਦੋਂ ਅਸੀਂ ਦੇਖਦੇ ਨਾ ਬਿਊਰੋਕ੍ਰੇਸੀ ਥੋੜਾ ਲੇਟ ਹੀ ਜਾਗਦੀ ਹੈ, ਤਾਂ ਹੁਣ ਅਸੀਂ 2021 ਦੇ ਵਿੱਚ ਦੇਖ ਰਹੇ ਹਾਂ 5-6 ਸਾਲਾਂ ਬਾਅਦ ਵੀ ਹੁਣ ਕੀ ਕਰੀਏ, ਜਦੋਂ ਲੋਕਾਂ ਨੇ ਇਹਦੇ 'ਚ ਬਹੁਤ ਵੱਡੇ ਪੱਧਰ ਤੇ ਪੈਸਾ ਇਨਵੈਸਟ ਕਰਤਾ ਹੈ। ਰਾਈਟ, ਹੁਣ ਉਹ ਸਤੋਸ਼ੀ ਕੀ ਨਾਮ ਦੱਸਿਆ ਤੁਸੀਂ? ਸਤੋਸ਼ੀ ਨਾਕਾਮੋਟੋ ਮਸਟ ਬੀ ਅ ਜੈਪਨੀਜ਼। ਸੀਮਸ ਟੂ ਬੀ ਕਿ ਉਹ ਜੈਪਨੀਜ਼ ਸੀਗਾ, ਲੇਕਿਨ ਇਹਦੇ ਬਾਰੇ ਮੈਨੂੰ ਵੀ ਬਹੁਤੀ ਜ਼ਿਆਦਾ ਨੌਲੇਜ ਨਹੀਂ ਹੈਗੀ। ਤੋ ਇਸ ਵਕਤ ਇਹਦਾ ਹੈਡ ਕੌਣ ਹੈ? ਇਹਦਾ ਓਰੀਜਨ ਤੁਸੀਂ ਮੈਨੂੰ ਦੱਸਿਆ, ਇਹ ਚੱਲਦੀ ਕਿੱਥੋਂ ਪਈ ਹੈ? ਹੂ ਇਜ਼ ਕੰਟਰੋਲਿੰਗ ਇਟ?
ਕੁਛ ਨਹੀਂ ਪਤਾ ਜੀ ਇਹਨਾਂ ਦੇ ਬਾਰੇ। ਇਹ ਕੌਣ ਚਲਾ ਰਿਹਾ, ਕਿੰਨਾ ਪੈਸਾ ਲੱਗਾ, ਸਿਰਫ ਐਸਟੀਮੇਟਸ ਹੈ, ਇਹਨਾਂ ਦੇ ਬਾਰੇ ਕੋਈ ਡਿਟੇਲਸ ਨਹੀਂ ਹੈ। ਇਹਦੇ ਵਿੱਚੋਂ ਦੀ ਦੇਖੋ ਐਪਰੀਹੈਂਸ਼ਨਸ ਜ਼ਰੂਰ ਹੈਗੀਆਂ, ਸਾਨੂੰ ਡਰ ਹੈ, ਖਦਸ਼ਾ ਹੈ ਇਸ ਚੀਜ਼ ਦਾ ਵੀ ਕਿਆ ਇਹਦੇ ਚੋਂ ਹਵਾਲੇ ਦਾ ਪੈਸਾ ਤਾਂ ਨਹੀਂ ਨਿਕਲ ਜਾਏਗਾ, ਕਿਆ ਇਹਦੇ ਚ ਗਲਤ ਲੈਣ ਦੇਣ ਤਾਂ ਨਹੀਂ ਹੋਣਾ ਸ਼ੁਰੂ ਹੋ ਜਾਏਗਾ, ਕਿਆ ਇਹਦੇ ਚ ਕੋਈ ਅੱਤਵਾਦੀ ਗਤੀਵਿਧੀਆਂ ਤਾਂ ਨਹੀਂ ਹੋਣੀਆਂ ਸ਼ੁਰੂ ਹੋ ਜਾਣਗੀਆਂ, ਕਿਆ ਲੋਕਾਂ ਨੂੰ ਇਹਦੀ ਲੱਤ ਤਾਂ ਨਹੀਂ ਲੱਗ ਜਾਏਗੀ। ਇਦਾਂ ਦੇ ਕੁਝ ਸਾਡੇ ਉੱਤੇ ਸ਼ੰਕੇ ਜ਼ਰੂਰ ਹੈ, ਸਾਨੂੰ ਇਸ ਦੇ ਖਦਸ਼ੇ ਜ਼ਰੂਰ ਹੈ, ਪਰ ਇਹਦੇ ਬਾਰੇ ਇਹ ਕੀ ਹੈ, ਕਿੱਥੋਂ ਚੱਲ ਰਹੀ ਹੈ, ਕਿੰਨਾ ਪੈਸਾ ਵਰਲਡ ਓਵਰ ਕਿੰਨਾ ਲੱਗਾ, ਉਹਦੇ ਬਾਰੇ ਕੋਈ ਡਿਟੇਲਸ ਨਹੀਂ ਪਤਾ। ਗਵਰਨਮੈਂਟ ਦੇ ਕੰਟਰੋਲ ਤੋਂ ਬਾਹਰ ਇੱਕ ਕਰੰਸੀ ਹੈ ਕ੍ਰਿਪਟੋ ਕਰੰਸੀ, ਇਸ ਦਾ ਮਤਲਬ ਹੈ ਇਹ ਇੱਕ ਇਲੀਗਲ ਪ੍ਰੈਕਟਿਸ ਹੈ? ਬਿਲਕੁਲ ਜੀ, ਐਜ਼ ਆਫ ਨਾਓ ਹਜੇ ਨਾ ਤਾਂ ਇਲੀਗਲ ਹੈ, ਲੀਗਲ ਵੀ ਨਹੀਂ ਹੈ, ਲੈਜੀਟੀਮੇਟ। ਅਗਰ ਦੇਖੋ ਜੀ, ਤੁਸੀਂ ਔਰ ਮੈਂ ਅੱਜ ਹਜੇ ਮਾਰਕੀਟ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇਸ ਚੀਜ਼ ਨੂੰ ਸਾਡੇ ਜਿਹੜਾ ਰਿਜ਼ਰਵ ਬੈਂਕ ਹੈ ਉਹਨੇ ਮਨਾ ਕਰਤਾ ਹੈ ਕਿ ਸਰਕਾਰ ਇਹਦੇ ਉੱਤੇ ਬੈਨ ਨਹੀਂ ਲਾ ਸਕਦੀ, ਤੇ ਜੇ ਤੁਸੀਂ ਔਰ ਮੈਂ ਅੱਜ ਇਹਨੂੰ ਖਰੀਦਦੇ ਆ, ਹਜੇ ਤੱਕ ਇਹ ਇਲੈਜੀਟੀਮੇਟ ਤਾਂ ਨਹੀਂ ਹੈ, ਇਹ ਗੈਰ ਕਾਨੂੰਨੀ ਤਾਂ ਨਹੀਂ ਹੈ, ਪਰ ਜੇ ਕੱਲ ਨੂੰ ਕਾਨੂੰਨ ਇਸ ਤੇ ਬਣ ਜਾਂਦਾ, ਸਰਕਾਰ ਇਹਨੂੰ ਬੈਨ ਕਰ ਦਿੰਦੀ ਹੈ, ਫਿਰ ਸਾਡਾ ਪੈਸਾ ਡੁੱਬ ਜਾਏਗਾ। ਓਕੇ, ਮਤਲਬ ਇਹ ਚੀਜ਼ ਜੋ ਪਹਿਲਾਂ ਕਰਨੀ ਚਾਹੀਦੀ ਸੀ ਹਾਲੇ ਤੱਕ ਨਹੀਂ ਹੋਈ, ਕਿ ਜੇ ਇਹ ਡੁੱਬ ਗਈ ਤੇ ਫਿਰ ਜਿਹੜੇ ਲੋਕਾਂ ਦਾ ਪੈਸਾ ਲੱਗਿਆ ਹੋਇਆ ਹੈ ਉਹ ਤੇ ਡੁੱਬ ਜਾਣਗੇ, ਖਤਮ ਹੋ ਜਾਣਗੇ। ਇਸੇ ਚੀਜ਼ ਦੇ ਵਿੱਚ ਨਾ ਇੱਕ ਹੋਰ ਵੀ ਡਰ ਹੈ ਜੀ ਖੰਨਾ ਸਾਹਿਬ। ਦੇਖੋ ਗੱਲ ਏਦਾਂ ਵੀ ਸਾਡੀ ਸਰਕਾਰ ਨੇ ਹਜੇ ਤਾਂ ਇਹ ਕਿਹਾ ਵੀ ਇਹਨੂੰ ਅਸੀਂ ਬੈਨ ਕਰ ਦਾਂਗੇ। ਜਦ ਸਾਡੇ ਕੋਲ ਜਿਹੜਾ ਇਤਿਹਾਸ ਹੈ, ਜਦੋਂ ਅਸੀਂ ਇਤਿਹਾਸ ਦੇਖਦੇ ਹਾਂ, ਸਾਡੇ ਕੋਲ ਦੋ ਇਦਾਂ ਦੇ ਇੰਸਟੈਂਸਸ ਹੈ। ਚਾਈਨਾ ਨੇ ਇਹਨੂੰ ਬੈਨ ਕੀਤਾ, ਇਸ ਕਰੰਸੀ ਦੀ ਵੈਲਿਊ ਮਾਰਕੀਟ ਦੇ ਵਿੱਚ ਬਹੁਤ ਮਾੜੇ ਤਰੀਕੇ ਨਾਲ ਗਿਰੀ, 30% ਇਹਦੀ ਵੈਲਿਊ ਇੱਕ ਦਿਨ ਦੇ ਵਿੱਚ ਡੈਪਰੀਸ਼ੀਏਟ ਹੋ ਗਈ। ਜੇ ਕਿਸੇ ਕੰਟਰੀ ਦੀ ਕਿਸੇ ਕਰੰਸੀ ਦੀ 30% ਵੈਲਿਊ ਗਿਰ ਜਾਏ, ਉਹ ਮੁਲਕ ਜਿਹੜਾ ਹੈ ਬੈਂਕਰਪਟ ਹੋ ਜਾਏਗਾ ਜੀ, ਉਹਦਾ ਦਿਵਾਲੀਆਪਨ ਹੋ ਜਾਏਗਾ ਉਸ ਮੁਲਕ। ਤਾਂ ਦੂਜਾ ਇੰਸਟੈਂਸ ਇਹ ਹੋਇਆ ਕਿ ਜਿਹੜਾ ਐਲਨ ਮਸਕ ਹੈ, ਟੈਸਲਾ ਕੰਪਨੀ ਦਾ ਮਾਲਕ, ਉਹਨੇ ਪਹਿਲਾਂ ਤਾਂ ਇਹ ਕਹਿਤਾ ਵੀ ਬਿਟਕੋਇਨ ਜਿਹੜਾ ਹੈ ਇਹਨੂੰ ਅਸੀਂ ਮਾਨਤਾ ਦਿੰਨੇ ਆ, ਬਾਅਦ ਦੇ ਵਿੱਚ ਉਹ ਮੁੱਕਰ ਗਿਆ, ਕਹਿੰਦਾ ਨਹੀਂ ਜੀ ਮੈਂ ਤਾਂ ਟੈਸਲਾ ਇਹਨੂੰ ਚੱਲਣ ਨਹੀਂ ਦੇਣਾ। ਉਹਦੇ ਨਾਲ ਵੀ ਕਰੰਸੀ ਦੀ ਵੈਲਿਊ ਜਿਹੜੀ ਹੈ ਬਹੁਤ ਥੱਲੇ ਆ ਗਈ। ਤਾਂ ਇਸ ਕਰਕੇ ਹੁਣ ਜੇ ਸਾਡੀ ਸਰਕਾਰ ਇਹਨੂੰ ਨਾ ਕਰ ਦੇਗੀ, ਹਿੰਦੁਸਤਾਨ ਦੀ ਸਰਕਾਰ, ਤਾਂ ਇਸ ਕਰੰਸੀ ਦੀ ਵੈਲਿਊ ਥੱਲੇ ਡਿੱਗਣੀ ਹੈ, ਮੂਧੇ ਮੂੰਹ ਇਹ ਵੈਲਿਊ ਗਿਰਨੀ ਹੈ। ਤੇ ਹੁਣ ਉਹਦੇ ਚ ਜਿਹੜੇ ਲੋਕਾਂ ਨੇ ਇਹਦੇ ਚ ਪੈਸਾ ਲਾਇਆ, ਉਹ ਪੈਸਾ ਜਿਹੜਾ ਹੈ ਉਹਨਾਂ ਨੂੰ ਨੈਚੁਰਲ ਹੈ ਜੀ, ਕੁਦਰਤੀ ਗੱਲ ਹੈ ਵੀ ਸਾਨੂੰ ਉਹ ਪੈਸਾ ਜਦੋਂ ਸਰਕਾਰ ਨੇ ਮਨਾ ਕਰਤਾ ਵੀ ਇਹ ਗੈਰ ਕਾਨੂੰਨੀ ਹੈ, ਸਾਨੂੰ ਉਹ ਵੇਚਣੀ ਪਏਗੀ, ਭਾਵੇਂ ਉਹ ਲਾਸ ਦੇ ਉੱਤੇ ਹੀ ਵੇਚਣੀ ਪਵੇ। ਜੇ ਮੈਂ 1 ਲੱਖ ਦੀ ਖਰੀਦੀ ਸੀ, ਇਹਦੀ ਵੈਲਿਊ ਗਿਰ ਜਾਂਦੀ ਹੈ, ਮੈਂ 10,000 ਦੀ ਵੇਚੂੰਗਾ। ਲੇਕਿਨ ਇਹ ਜਿਹੜਾ ਡਰ ਹੈ ਇਹ ਜ਼ਰੂਰ ਹੈ ਵੀ ਅੱਜ ਮੈਂ 10,000 ਦੀ ਵੇਚ ਦਿੰਦਾ ਹੈ, ਕੋਈ ਹੋਰ ਬੰਦਾ ਇਹਨੂੰ 10,000 ਦਾ, ਵੱਡਾ ਵਪਾਰੀ 10,000 ਤੇ ਖਰੀਦ ਲੈਂਦਾ, ਤੇ ਕੱਲ ਨੂੰ ਜੇ ਸਰਕਾਰ ਨੇ ਇਹਨੂੰ ਲੈਜੀਟੀਮੇਟ ਕਰਾਰ ਦੇ ਦਿੱਤਾ, ਚਾਹੇ ਇਹ ਵਾਲੀ ਸਰਕਾਰ, ਮੋਦੀ ਸਰਕਾਰ, ਜਾਂ ਕੱਲ ਨੂੰ ਕੋਈ ਹੋਰ ਜੇ ਸਰਕਾਰ ਬਣਦੀ ਹੈ ਕੇਂਦਰ ਦੇ ਵਿੱਚ, ਉਹ ਜੇ ਇਹਨੂੰ ਲੈਜੀਟੀਮਾਈਜ਼ ਕਰ ਦਿੰਦੀ ਹੈ, ਤਾਂ ਫਿਰ ਸਮੱਸਿਆ ਇਹ ਹੈ ਕਿ ਸਾਡਾ ਤਾਂ ਪੈਸਾ ਡੁੱਬਿਆ ਹੀ ਡੁੱਬਿਆ। ਜਿਹੜਾ ਉਹ ਬੰਦਾ ਅੱਜ ਥੋੜੇ ਪੈਸਿਆਂ ਤੇ ਖਰੀਦੇਗਾ, ਉਹਦੀ ਪੌਂ 12 ਹੋ ਜਾਣੀ ਹੈ ਜੀ, ਲੋਟਰੀ ਲੱਗ ਜਾਣੀ ਹੈ ਉਸ ਬੰਦੇ ਦੀ। ਤਾਂ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡਾ ਡਰ ਹੈ। ਰਾਈਟ, ਇੱਕ ਪੁਆਇੰਟ ਆਉਂਦਾ ਹੈ ਕਿ ਇਹ ਹੁਣ ਕਰੰਸੀ 'ਚ ਆਪਾਂ ਡੀਲ ਕਰ ਰਹੇ ਹਾਂ, ਇਸ ਨੂੰ ਇਸਤੇਮਾਲ ਕਿੱਥੇ ਕਰ ਸਕਦੇ ਹਾਂ? ਹਜੇ ਅਸੀਂ ਆਪ ਤਾਂ ਇਹਨੂੰ ਕਿਤੇ ਨਹੀਂ ਇਸਤੇਮਾਲ ਕਰ ਸਕਦੇ, ਮਤਲਬ ਇਨਵੈਸਟਮੈਂਟ ਦੇ ਤੌਰ ਤੇ ਇਹਨੂੰ ਰੱਖਦੇ ਆ ਵੀ ਅੱਜ ਮੈਂ ਇਹਦੇ ਤੇ ਪੈਸਾ ਲਾਤਾ, ਕੱਲ ਨੂੰ ਜੇ ਇਸ ਕਰੰਸੀ ਦੀ ਵੈਲਿਊ ਉੱਪਰ ਚੱਲ ਜਾਂਦੀ ਹੈ, ਲੋਕਾਂ ਦੇ ਵਿੱਚ ਇਹਦੀ ਅਸੈਪਟੇਬਿਲਿਟੀ ਬਾਕੀ ਮੁਲਕਾਂ ਦੇ ਵਿੱਚ ਵੱਧ ਜਾਂਦੀ ਹੈ, ਤਾਂ ਮੇਰਾ ਪੈਸਾ ਜਿਹੜਾ ਉਹ ਡਬਲ ਹੋ ਜਾਏਗਾ। ਮੇਰੀ ਸੈਕੰਡਰੀ ਇਨਕਮ, ਜੇ ਮੈਂ ਅੱਜ 1 ਲੱਖ ਲਾਇਆ ਤਾਂ ਮੈਨੂੰ 1.25 ਲੱਖ ਮਿਲ ਜਾਏਗਾ, ਜਾਂ 1.5 ਲੱਖ ਮਿਲ ਜਾਏਗਾ, 2 ਸਾਲ 'ਚ ਮਿਲ ਜਾਏਗਾ, 1 ਸਾਲ 'ਚ ਮਿਲ ਜਾਏਗਾ, 3 ਸਾਲ 'ਚ ਮਿਲ ਜਾਏਗਾ। ਇਹ ਇੱਕ ਤਾਂ ਹੈ ਇਹ ਜ਼ਰੀਆ। ਦੂਸਰਾ ਹੈ ਵੀ ਇਹ ਚੱਲਣੀ ਨਹੀਂ ਹੈ, ਕਰੰਸੀ ਦੇ ਤੌਰ ਤੇ ਤਾਂ ਇਹ ਨਹੀਂ ਚੱਲ ਰਹੀ, ਕਿਉਂਕਿ ਜਦੋਂ ਅਸੀਂ ਜ਼ਿਆਦਾ ਹੁਣ ਮੁਲਕਾਂ ਨੂੰ ਦੇਖ ਰਹੇ ਹਾਂ, ਉੱਥੇ ਸੈਂਟਰਲ ਬੈਂਕ ਆਪਣੀ ਕਰੰਸੀਆਂ ਲੈ ਕੇ ਆ ਰਹੇ ਨੇ, ਜਿਹੜੀ ਡਿਜੀਟਲ ਫਾਰਮ ਦੇ ਵਿੱਚ ਹੈ, ਇਲੈਕਟ੍ਰੋਨਿਕ ਫਾਰਮ ਦੇ ਵਿੱਚ ਹੈ। ਇਹ ਪ੍ਰਾਈਵੇਟ ਕਰੰਸੀ ਹੈ, ਇਹਦੀ ਜਗ੍ਹਾ ਸਰਕਾਰਾਂ ਕਹਿੰਦੀਆਂ ਅਸੀਂ ਆਪਣੀ ਕਰੰਸੀ ਨੂੰ ਡਿਜੀਟਲ ਕਰੰਸੀ ਦੇ ਤੌਰ ਤੇ ਲੈ ਕੇ ਆਵਾਂਗੇ, ਜੋ ਹਿੰਦੁਸਤਾਨ ਦੀ ਸਰਕਾਰ ਵੀ ਕਰਨ ਜਾ ਰਹੀ ਹੈ, ਜੋ ਚੀਨ ਨੇ ਵੀ ਕਰ ਲਈ ਹੈ, ਜੋ ਬਾਕੀ ਮੁਲਕ ਜਿਹੜੇ ਯੂਰਪ ਦੇ ਵਿੱਚ ਵੀ ਹੋ ਰਿਹਾ, ਔਰ ਅਮਰੀਕਾ ਵੀ ਕਰਨ ਲੱਗਾ। ਸਾਰੇ ਜਿਹੜੇ ਕੇਂਦਰੀ ਬੈਂਕ ਨੇ ਸਾਰੇ ਮੁਲਕਾਂ ਦੇ, ਉਹ ਆਪਣੀ ਸਰਕਾਰੀ ਕਰੰਸੀ ਜਿਹੜੀ ਤੁਹਾਡੀ ਔਰ ਮੇਰੀ ਜੇਬ ਦੇ ਵਿੱਚ ਪਈ ਹੈ,
ਉਹਨੂੰ ਉਹ ਡਿਜੀਟਲ ਫਾਰਮ ਦੇ ਵਿੱਚ ਲੈ ਕੇ ਆ ਰਹੇ ਨੇ, ਉਹਨੂੰ ਉਹ ਸਰਕਾਰੀ ਤੌਰ ਦੇ ਉੱਤੇ ਉਸ ਕਰੰਸੀ ਦੀ ਇਲੈਕਟ੍ਰੋਨਿਕ ਫਾਰਮ ਜਿਹੜੀ ਹੈ, Right. ਜਿਹਨੂੰ ਅਸੀਂ ਸੈਂਟਰਲ ਬੈਂਕ ਡਿਜੀਟਲ ਕਰੰਸੀ CBDC ਕਹਿੰਦੇ ਆ, ਉਹ ਚੀਜ਼ ਜਿਹੜੀ ਹੈ ਉਹ ਸਰਕਾਰਾਂ ਲੈ ਕੇ ਆ ਰਹੀਆਂ ਨੇ। ਸੋ ਇਹ ਇੱਕ ਪ੍ਰਾਈਵੇਟ ਕਰੰਸੀ ਹੈ ਔਰ ਇਹ ਸਿਰਫ ਐਗਜ਼ਿਸਟ ਕਰਦੀ ਹੈ ਸਾਡੇ ਦਿਮਾਗ ਦੇ ਵਿੱਚ ਜਾਂ ਸਾਡੇ ਜਿਹੜੇ ਕੰਪਿਊਟਰਸ ਦੇ ਉੱਤੇ ਅਕਾਊਂਟ ਬਣੇ ਹੋਏ ਨੇ ਜੋ ਅਸੀਂ ਇਸ ਗਰੁੱਪ ਦੇ ਨਾਲ ਡੀਲ ਕਰਦੇ ਹਾਂ, ਸਿਰਫ ਉੱਤੇ ਹੀ ਇਹ ਕਰੰਸੀ ਐਗਜ਼ਿਸਟ ਕਰਦੀ ਹੈ। ਪਰ ਪੁਆਇੰਟ ਇਹ ਹੈ ਕਿ ਜੇ ਮੈਂ ਇਹਦੇ ਵਿੱਚੋਂ ਕੋਈ ਰਕਮ ਵਿਦਡਰਾਅ ਕਰਕੇ ਕੁਝ ਪਰਚੇਜ਼ ਕਰਨਾ ਹੋਵੇ, ਨਹੀਂ, ਉਹ ਨਹੀਂ ਹੋ ਸਕੇਗਾ ਜੀ। ਉਹ ਜਿੱਦਾਂ ਮੰਨ ਲਈਏ ਆਪਾਂ ਛੋਟੀਆਂ ਜਿਹੀਆਂ ਆਪਾਂ ਰੋਜ਼ਮर्रा ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਦੇਖ ਲਈਏ, ਜ਼ਰੂਰਤਾਂ ਦੇ ਮੈਂ ਆਂਡੇ ਬ੍ਰੈਡ ਦੁੱਧ ਲੈ ਆਵਾਂ ਵੀ ਇਹਦੇ ਚੋਂ ਇਹ ਜਾਂ ਜੁੱਤੀਆਂ ਖਰੀਦ ਲਾਂ, ਕਮੀਜ਼ ਪੈਂਟ ਖਰੀਦ ਲਾਂ, ਇਹ ਨਹੀਂ ਹੋ ਸਕੇਗਾ। ਤੇ ਫਿਰ ਇਹਦੇ 'ਚ ਕੀ ਹੋ ਸਕਦਾ ਹੈ? ਇਹਦੇ 'ਚ ਸਿਰਫ ਮੈਂ ਦੱਸਿਆ ਵੀ ਇਹਦੇ 'ਚ ਤਾਂ ਸਿਰਫ ਤੁਸੀਂ ਇਨਵੈਸਟ ਕਰਕੇ ਇਹਨੂੰ ਭੁੱਲ ਗਏ ਹੋ ਵੀ 2 ਸਾਲ 3 ਸਾਲ 10 ਸਾਲ ਤੁਹਾਡਾ ਪੈਸਾ ਜਿਹੜਾ ਡਬਲ ਹੋ ਜਾਏ, ਟ੍ਰਿਪਲ ਹੋ ਜਾਏ, ਕੱਲ ਨੂੰ ਤੁਹਾਨੂੰ ਨੁਕਸਾਨ ਹੋ ਜਾਵੇ, ਤੁਹਾਨੂੰ ਪੈਸਾ ਮਿਲੇ ਹੀ ਨਾ, ਤਾਂ ਇਹ ਹੋ ਸਕਦਾ ਹੈ ਜੀ। ਇਹਦੇ 'ਚ ਹਜੇ ਇਹਦੇ ਬਾਰੇ ਬਹੁਤ ਹੀ ਪ੍ਰੀਲਿਮਿਨਰੀ ਜਾਣਕਾਰੀ ਸਾਡੇ ਹੱਥਾਂ ਦੇ ਵਿੱਚ ਹੈ, ਪਰ ਇਹ ਘਾਤਕ ਜਿਹੜੀ ਹੈ ਹੋ ਸਕਦੀ ਹੈ ਆਉਣ ਵਾਲੇ। ਇਹਦੇ 'ਚ ਪੈਸਾ ਲਗਾਉਣੇ ਕਿਵੇਂ ਹੈ? ਸਪੋਜ਼ ਮੈਂ ਜਾਂ ਤੁਸੀਂ ਇਹਦੇ 'ਚ ਪੈਸਾ ਲਗਾਉਣਾ ਚਾਹੁੰਦੇ ਹਾਂ ਤੇ ਕਿਸ ਜਗ੍ਹਾ ਦੇ ਉੱਤੇ ਇਹਨੂੰ ਡਿਪੋਜ਼ਿਟ ਕਰਵਾਉਣਾ ਪਏਗਾ? ਕਿਹੜਾ ਬੈਂਕ ਹੈ, ਕਿਹੜਾ ਅਕਾਊਂਟ ਹੈ ਜਿੱਥੇ ਇਸ ਮਨੀ ਨੂੰ ਅਸੀਂ ਭੇਜਾਂਗੇ, ਜਿਹੜੀ ਸਾਡੀ ਇਨਵੈਸਟਮੈਂਟ ਗਿਣੀ ਜਾਏਗੀ, ਫਿਰ ਉਸ ਤੋਂ ਬਾਅਦ ਡਬਲ ਟ੍ਰਿਪਲ ਹੋ ਜਾਏਗੀ? ਜੀ, ਇੱਦਾਂ ਦੇ ਕਈ ਪਲੇਟਫਾਰਮਸ ਨੇ, ਲਾਈਕ ਮੈਂ ਤੁਹਾਨੂੰ ਇੱਕ ਦਾ ਨਾਮ ਦੱਸ ਦਿੰਦਾ, wazirx.com ਹੈ, ਇੱਕ ਸਾਈਟ ਹੈ। WazirX ਦੇ ਵਿੱਚ ਜਾ ਕੇ ਤੁਸੀਂ ਜਿਹੜੀ ਮਰਜ਼ੀ, ਮੈਂ ਜਿੰਨੇ ਨਾਮ ਲਿੱਤੇ, ਪੋਲਕਾ ਡਾਟ, ਇਥੇਰੀਅਮ, ਬਿਟਕੋਇਨ, ਆ ਜਿੰਨੀਆਂ ਵੀ ਬਾਹਰਲੀਆਂ ਕਰੰਸੀਜ਼ ਨੇ, ਕ੍ਰਿਪਟੋ ਕਰੰਸੀਜ਼, ਤੁਸੀਂ ਉਹ ਸਾਰੀਆਂ ਦੇ ਵਿੱਚ ਪੈਸਾ ਲਾ ਸਕਦੇ ਹੋ। ਰਿਸਕ ਤੁਹਾਡਾ ਹੈ, ਰਿਸਕ ਹੈ ਵੀ ਕੱਲ ਨੂੰ ਜੇ ਹਿੰਦੁਸਤਾਨ ਨੇ ਬੰਦ ਕਰਤਾ ਤਾਂ ਤੁਹਾਡਾ ਪੈਸਾ ਮਾਰਿਆ ਗਿਆ। ਲੇਕਿਨ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ ਵੀ ਸਰਕਾਰ ਵੀ ਇਹਦੇ ਬਾਰੇ ਕਲੀਅਰ ਨਹੀਂ ਹੈ। ਦੇਖੋ, ਇੱਕ ਪਾਸੇ ਤਾਂ ਸਰਕਾਰ ਬਿੱਲ ਲੈ ਕੇ ਆਉਂਦੀ ਹੈ ਕਿ ਅਸੀਂ ਬਿਟਕੋਇਨ ਨਹੀਂ ਚੱਲਣ ਦੇਣਾ, ਕ੍ਰਿਪਟੋ ਕਰੰਸੀ ਨਹੀਂ ਚੱਲਣ ਦੇਣੀ। ਦੂਜੇ ਪਾਸੇ ਸਰਕਾਰ ਕਹਿੰਦੀ ਹੈ ਵੀ ਜਿਹੜੀ WazirX ਵਰਗੀਆਂ ਕੰਪਨੀਆਂ ਨੇ, ਇਹਨਾਂ ਨੂੰ ਅਸੀਂ ਫਲਿੱਪਕਾਰਟ ਜਾਂ ਐਮਾਜ਼ੋਨ ਵਾਂਗਰ ਇਹਨਾਂ ਤੇ 1% ਜਾਂ GST ਟੈਕਸ ਲਾ ਦੇਣਾ ਇਹਨਾਂ ਤੇ। ਦੇਖੋ, ਤੁਸੀਂ ਡਬਲ ਮਾਈਂਡਡ ਹੋ, ਸਰਕਾਰ ਵੀ ਜਿਹੜੀ ਹੈ ਕਿਤੇ ਨਾ ਕਿਤੇ ਡਬਲ ਮਾਈਂਡਡ ਹੈ। ਇੱਕ ਪਾਸੇ ਤੁਸੀਂ WazirX ਨੂੰ ਲੈਜੀਟੀਮਾਈਜ਼ ਕਰ ਰਹੇ ਹੋ ਵੀ ਨਹੀਂ, ਅਸੀਂ ਉਹਨੂੰ ਹੋਂਦ ਜਿਹੜੀ ਹੈ ਉਹਨੂੰ ਖਤਮ ਨਹੀਂ ਕਰਨਾ। ਦੂਜੇ ਪਾਸੇ ਤੁਸੀਂ ਕਹਿੰਦੇ ਅਸੀਂ ਬਲੌਕਚੇਨ ਨੂੰ ਚੱਲਣ ਨਹੀਂ ਦੇਣਾ, ਕ੍ਰਿਪਟੋ ਕਰੰਸੀ ਨੂੰ, ਅਸੀਂ ਸੈਂਟਰਲ ਬੈਂਕ ਦੀ ਆਪਣੀ ਡਿਜੀਟਲ ਕਰੰਸੀ ਲੈ ਕੇ ਆਣੀ ਹੈ। ਵੀ ਕਿਤੇ ਨਾ ਕਿਤੇ ਕਲੈਰਿਟੀ ਦੀ ਘਾਟ ਹੈ। ਸੋ ਜਦੋਂ ਇਹਦੇ ਵਿੱਚ ਅਸੀਂ ਇਨਵੈਸਟ ਕਰ ਰਹੇ ਹਾਂ, ਮੈਂ ਆਪਣੇ ਇੱਕ ਆਥੈਂਟਿਕ ਬੈਂਕ ਅਕਾਊਂਟ ਤੋਂ ਉਹਦੇ ਵਿੱਚ ਮਨੀ ਟ੍ਰਾਂਸਫਰ ਕਰਾਂਗਾ WazirX ਦੇ ਵਿੱਚ? ਬਿਲਕੁਲ ਠੀਕ ਹੈ ਜੀ, ਬਿਲਕੁਲ। ਔਰ ਉਹ ਕਰੰਸੀ ਲੀਗਲ ਮੋਡ ਦੇ ਉੱਤੇ ਟ੍ਰਾਂਸਫਰ ਕੀਤੀ ਜਾਏਗੀ। ਸਪੋਜ਼ ਮੇਰਾ ਕਿਸੇ ਵੀ ਬੈਂਕ ਦੇ ਵਿੱਚ ਅਕਾਊਂਟ ਹੈ ਜੋ ਨੈਸ਼ਨਲਾਈਜ਼ਡ ਬੈਂਕ ਹੈ ਇਨ ਇੰਡੀਆ, ਤੇ ਮੈਂ ਉੱਥੋਂ ਮਨੀ ਟ੍ਰਾਂਸਫਰ ਕੀਤੀ WazirX ਦੇ ਵਿੱਚ। ਜੀ ਸਰ। ਔਰ ਫਿਰ ਉੱਥੋਂ ਮੈਨੂੰ ਮੇਰਾ ਕੋਈ ਅਕਾਊਂਟ ਬਣੇਗਾ, ਮੈਨੂੰ ਰਿਪੋਰਟ ਆਏਗੀ ਕਿ ਮੈਂ ਇੰਨੇ ਦੀ ਪਰਚੇਜ਼ ਕੀਤੀ ਹੈ ਤਾਂ ਉਹਦੀ ਵੈਲਿਊ ਇਸ ਵਕਤ ਇਹ ਐਗਜ਼ਿਸਟ ਕਰ ਰਹੀ ਹੈ। ਬਿਲਕੁਲ ਤੁਹਾਡੇ ਕੋਲ ਹੋਏਗਾ। ਦੇਖੋ, WazirX ਦੇ ਵਿੱਚ ਤੁਸੀਂ ਜੋ ਇੱਕ ਵਾਰੀ ਪੈਸਾ ਲਗਾਇਆ, 1 ਲੱਖ ਰੁਪਈਆ ਤੁਸੀਂ ਅੱਜ ਲਾਇਆ, ਉਹ ਤਾਂ ਦਿਖੇਗਾ। ਲੇਕਿਨ ਕੱਲ ਨੂੰ 1 ਲੱਖ ਦਾ 10 ਲੱਖ ਬਣ ਗਿਆ, ਜਾਂ ਤੁਸੀਂ ਵੇਚ ਕੇ ਉਸ ਪੈਸੇ ਨੂੰ ਵੇਚ ਕੇ ਤੁਸੀਂ ਉਹਦਾ 1 ਲੱਖ ਦਾ 50,000 ਅੱਜ ਕਢਾ ਲਿਆ, ਉਹ ਵੀ ਨਜ਼ਰ ਆਏਗਾ। ਜਿਹੜਾ 50,000 ਤੁਸੀਂ ਰੱਖਿਆ ਸੀਗਾ WazirX ਦੇ ਵਿੱਚ, ਉਹ 50,000 ਚੋਂ ਇਥੇਰੀਅਮ ਕਿੰਨੇ ਦੀ ਖਰੀਦੀ ਹੈ, ਉਹਦੇ ਚੋਂ ਤੁਸੀਂ ਇੰਟਰਨੈਟ ਕੰਪਿਊਟਰ ਕਿੰਨੇ ਦੀ ਖਰੀਦੀ, ਉਹਦੇ ਚੋਂ ਡੌਗੀ ਕੋਇਨ ਕਿੰਨੇ ਦੀ ਖਰੀਦੀ ਹੈ, ਉਹ ਨਹੀਂ ਪਤਾ ਲੱਗੇਗਾ। ਔਰ ਤੁਹਾਡੇ ਕੋਲ ਕਿੰਨਾ ਪੈਸਾ ਹੋ ਗਿਆ ਉਸ 50,000 ਦਾ, ਇਹ ਨਹੀਂ ਪਤਾ ਲੱਗੇਗਾ। ਫਿਰ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ ਕਿ ਤੁਸੀਂ ਕਢਵਾ ਲਿਆ, ਤੇ WazirX ਵਾਲੇ ਫਿਰ ਸਾਡੇ ਉਸ ਬੈਂਕ ਅਕਾਊਂਟ ਦੇ ਵਿੱਚ ਉਹ ਪੈਸਾ ਟ੍ਰਾਂਸਫਰ ਕਰ ਦੇਣਗੇ ਜਿਹੜਾ ਅਸੀਂ ਕਢਵਾ ਲਿਆ? ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਜੀ। ਉਸੇ ਤੇ ਸਰਕਾਰ ਕਹਿ ਰਹੀ ਹੈ ਵੀ ਅਸੀਂ ਟੈਕਸ ਲਾਉਣਾ, GST ਜਿਹੜੀ ਲੱਗਣੀ ਹੈ ਤੁਹਾਡੇ ਪੈਸੇ ਕਢਾਏ ਤੇ ਉਹ ਲੱਗੇਗੀ। ਤੁਹਾਡਾ ਜਿਹੜਾ ਪੈਸਾ ਅੰਦਰ ਜਾ ਰਿਹਾ WazirX ਦਾ, ਉਹ ਨਜ਼ਰ ਆਏਗਾ। ਜਿਹੜਾ ਪੈਸਾ WazirX ਤੋਂ ਬਾਹਰ ਆ ਰਿਹਾ, ਉਹ ਨਜ਼ਰ ਆਏਗਾ। ਜਿਹੜਾ WazirX ਤੋਂ ਬਾਅਦ ਅੰਦਰ ਜਿਹੜਾ ਘੁੰਮ ਰਿਹਾ ਪੈਸਾ, ਉਹ ਨਹੀਂ ਪਤਾ। ਉਹ 50,000 ਦਾ 50 ਕਰੋੜ ਬਣ ਗਿਆ, ਜਾਂ 50 ਲੱਖ ਬਣ ਗਿਆ, ਜਾਂ 50 ਰੁਪਏ ਰਹਿ ਗਏ, ਉਹ ਕਿਸੇ ਨੂੰ ਨਹੀਂ ਪਤਾ ਲੱਗੇਗਾ। ਤੇ ਤੁਹਾਨੂੰ ਤੁਹਾਡੇ ਅਕਾਊਂਟ ਦਾ ਅਪਡੇਟਸ ਮਿਲਦੀਆਂ ਰਹਿਣਗੀਆਂ WazirX ਵੱਲੋਂ ਕਿ ਇਹ ਪੈਸਾ ਜਿਹੜਾ ਤੁਸੀਂ 50,000 ਲਗਾਇਆ ਸੀ? ਨਹੀਂ ਜੀ, ਨਹੀਂ। ਤੁਹਾਨੂੰ ਤਾਂ WazirX ਨੇ ਉਹ ਤੁਸੀਂ ਜਿੱਦਾਂ ਹੀ ਐਂਟਰ ਕੀਤੇ ਤੁਹਾਨੂੰ ਕੋਡ ਦੇ ਦੇਣੇ ਆ। ਕੋਡ ਤੇ ਕੰਮ, ਗੇਮ ਸਾਰੀ ਕੋਡ ਦੇ ਨਾਲ ਚੱਲਣੀ ਹੈ ਅੱਗੇ। ਤੁਹਾਡੇ ਉਹ ਕੋਡ ਦੇ ਤੁਹਾਨੂੰ ਹੀ ਪਤਾ ਵੀ ਤੁਸੀਂ ਕਿੰਨਾ ਖਰੀਦਿਆ ਜਾਂ ਵੇਚਿਆ। ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ ਇਸ ਪੋਜੀਸ਼ਨ 'ਚ ਹਾਂ ਕਿ 50,000 ਕਢਵਾ ਲਵਾਂ? ਇਹ ਤੁਹਾਡੇ ਉੱਤੇ ਹੈ ਸਰ।
ਦੇਖੋ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ 1 ਲੱਖ ਰੁਪਈਆ ਡਿਪੋਜ਼ਿਟ ਕਰਵਾਇਆ, ਉਹ ਨਜ਼ਰ ਆ ਰਿਹਾ ਹੈ। ਤੁਸੀਂ ਉਹਦੇ 1 ਲੱਖ ਦੇ ਵਿੱਚੋਂ ਦੀ ਤੁਹਾਨੂੰ ਲੱਗਦਾ ਵੀ ਹੁਣ ਉਹ 1 ਲੱਖ ਰੁਪਈਆ ਜਿਹੜਾ ਲਾਇਆ ਸੀ ਉਹਦਾ 10 ਲੱਖ ਰੁਪਈਏ ਬਣ ਗਏ। ਅੰਦਰ ਜਾ ਕੇ ਜਦੋਂ ਪੈਸਾ ਤੁਸੀਂ ਅਲੱਗ-ਅਲੱਗ ਪੋਰਟਫੋਲੀਓਜ਼ ਦੇ ਵਿੱਚ ਡਿਪੋਜ਼ਿਟ ਕਰਾਓ ਤਾਂ ਤੁਹਾਡਾ 1 ਲੱਖ ਦਾ 10 ਲੱਖ ਬਣ ਗਿਆ। ਤੁਸੀਂ ਉਹਦੇ ਚੋਂ 50,000 ਕਢਾ ਲਿਆ, ਉਹ ਨਜ਼ਰ ਆ ਗਿਆ ਤੁਹਾਡੇ ਅਕਾਊਂਟ ਦੇ ਵਿੱਚ ਆ ਗਿਆ। ਤੁਹਾਡਾ ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ, HDFC, ICICI ਜਿੱਥੇ ਵੀ ਹੈ ਉਸ ਬੈਂਕ ਦੇ ਵਿੱਚ ਤੁਹਾਡਾ ਪੈਸਾ ਆ ਗਿਆ। ਹੁਣ ਜਿਹੜਾ ਉਹ 50,000 ਬਾਕੀ ਦਾ ਰਹਿ ਗਿਆ, ਜਿਹੜਾ ਕਿ 9.5 ਲੱਖ ਰੁਪਈਆ ਮੈਂ ਤੁਹਾਨੂੰ ਦੱਸਿਆ ਵੀ ਬਣ ਚੁੱਕਾ ਹੈ, ਉਹਦੇ ਬਾਰੇ ਸਿਰਫ ਤੁਹਾਨੂੰ ਪਤਾ ਤੁਸੀਂ ਕਿੱਥੇ ਲਗਾ ਰਹੇ ਹੋ 9.5 ਲੱਖ ਦਾ। ਉਹ ਕਿੰਨਾ ਤੁਸੀਂ ਜਦੋਂ ਕਿਤੇ ਕਢਾਓਗੇ ਤਾਂ ਪਤਾ ਲੱਗੇਗਾ, ਜਦ ਤੱਕ ਉਹ ਤੁਸੀਂ ਕਮਾਈ ਜਾ ਰਹੇ ਹੋ ਉਸ ਪੈਸੇ ਨੂੰ ਕਿਸੇ ਨੂੰ ਨਹੀਂ ਪਤਾ। ਜਿਹੜਾ ਤੁਸੀਂ ਪੈਸਾ ਉਹਦੇ ਚ ਭੇਜਿਆ ਹੈ ਉਹ 1 ਲੱਖ ਦਾ 10 ਲੱਖ ਬਣ ਗਿਆ, ਉਹ ਕਿਸ ਤਰ੍ਹਾਂ ਬਣ ਗਿਆ? ਉਹਨਾਂ ਦੀ ਇਨਵੈਸਟਮੈਂਟ ਕਿੱਦਾਂ ਕੀਤੀ ਉਹਨਾਂ ਨੇ, ਵਜ਼ੀਰ ਐਕਸ ਵਾਲਿਆਂ ਨੇ, ਕਿ ਅੰਦਰੋਂ ਅੰਦਰ ਹੀ ਪੈਸਾ 10 ਲੱਖ ਬਣ ਗਿਆ 1 ਲੱਖ ਤੋਂ? ਵਜ਼ੀਰ ਐਕਸ ਸਿਰਫ ਇੱਕ ਪਲੇਟਫਾਰਮ ਹੈ ਜੀ, ਜਿਹੜਾ ਸਾਡਾ ਪੈਸਾ ਉੱਥੇ ਗਾਈਡ ਕਰਦਾ, ਚੈਨਲਾਈਜ਼ ਕਰਦਾ। ਅਸੀਂ ਦੇਖਦੇ ਵੀ ਜਿਹੜਾ ਜਿਸ ਸਟੇਟ ਅਸੀਂ ਸਟਾਕ ਮਾਰਕੀਟ ਦੇ ਵਿੱਚ ਪੈਸਾ ਲਾਉਣਾ ਹੈ ਤਾਂ ਅਸੀਂ HDFC ਤੋਂ ਸਿਕਿਉਰਿਟੀਜ਼ ਖਰੀਦ ਲੈਂਦੇ ਹਾਂ। ਅੱਗੇ ਸਟਾਕ ਮਾਰਕੀਟ ਦੇ ਵਿੱਚ ਮੈਂ ਕਿੱਥੇ ਕਿਹੜੇ ਸ਼ੇਅਰ ਦੇ ਵਿੱਚ ਲਾਣਾ ਪੈਸਾ, ਉਹ HDFC ਨੂੰ ਨਹੀਂ ਪਤਾ, ਉਹ ਸਿਰਫ ਮੈਨੂੰ ਹੀ ਪਤਾ ਵੀ ਮੈਂ ਕਿਹੜੇ ਸ਼ੇਅਰ ਕਿੱਥੇ ਖਰੀਦ ਰਿਹਾ। ਉਸੇ ਤਰੀਕੇ ਦੇ ਨਾਲ ਇਹ ਪੈਸਾ ਕਿੱਥੇ ਕਿਹੜੀ ਮੈਂ ਕਰੰਸੀ ਖਰੀਦ ਰਿਹਾ ਉਹਦੇ ਨਾਲ। ਹੁਣ ਦੂਜਾ ਸਵਾਲ ਜਿਹੜਾ ਤੁਹਾਡਾ ਆ ਰਿਹਾ ਕਿ ਫਿਰ ਇਹ ਪੈਸਾ ਵੱਧਦਾ ਕਿੱਦਾਂ? ਅੰਦਰ ਪਿਆ ਉਹ 50,000 ਦਾ 9.5 ਜਾਂ 1 ਲੱਖ ਦਾ 10 ਲੱਖ ਕਿੱਦਾਂ ਬਣ ਗਿਆ? ਜਿੰਨੀ ਇਹ ਕਰੰਸੀ ਜਿਹੜੀ ਹੈ ਅਸੈਪਟੇਬਿਲਿਟੀ ਵਧੇਗੀ, ਕੱਲ ਨੂੰ ਜਿੰਨੇ ਮੁਲਕ ਇਸ ਕਰੰਸੀ ਦੇ ਪਿੱਛੇ ਲੱਗਣਗੇ, ਇਹਨੂੰ ਮਾਨਤਾ ਦੇਣਗੇ, ਓਨੀ ਇਸ ਕਰੰਸੀ ਦੀ ਵੈਲਿਊ ਉੱਪਰ ਵਧਣੀ ਹੈ। ਦੇਖੋ ਜੀ 2010 ਦੇ ਵਿੱਚ ਇਹਦੀ ਵੈਲਿਊ ਸਿਰਫ 0. ਆਪਣੇ 10 ਪੈਸੇ ਜਿੱਦਾਂ ਹੁੰਦੇ ਨਾ ਜੀ, 0.10 10 ਸੈਂਟ ਸੀ। ਅੱਜ ਇਹ ਮੈਂ ਤੁਹਾਨੂੰ ਦੱਸਿਆ ਵੀ $60,000 ਦੇ ਉੱਤੇ ਹੈ। 10 ਪੈਸੇ ਤੋਂ ਅੱਜ 63,000 ਰੁਪਏ ਤੇ ਪਹੁੰਚ ਗਈ। 0.10 ਸੈਂਟਸ ਤੋਂ ਅੱਜ $63,000 ਤੇ ਪਹੁੰਚ ਗਈ। ਆਖਿਰ ਪਹੁੰਚੀ ਹੈ ਤਾਂ ਕਿੱਦਾਂ ਪਹੁੰਚੀ ਹੈ? ਕਾਰਨ ਇਹਦਾ ਇਹੀ ਹੈ, ਉੱਪਰ ਜਾਣ ਦਾ, ਇਹਦੀ ਐਪਰੀਹੈਂਸ਼ਨ ਇਹਦੀ ਐਪਰੀਸ਼ੀਏਟ ਹੋਣ ਦਾ ਕਰੰਸੀ ਦੀ, ਉਹਦਾ ਕਾਰਨ ਇਹੀ ਹੈ ਕਿ ਮਾਰਕੀਟ ਦੇ ਵਿੱਚ ਲੋਕ ਇਹਦਾ ਜ਼ਿਆਦਾ ਟ੍ਰੇਡਿੰਗ ਕਰ ਰਹੇ ਹੈ। ਅਸੀਂ ਸਟਾਕ ਮਾਰਕੀਟ 60,000 ਤੇ ਕਿਉਂ ਜਾ ਰਹੀ ਹੈ ਜਦੋਂ ਹਿੰਦੁਸਤਾਨ ਦੀ ਇਕਨੋਮੀ ਜਿਹੜੀ ਉਹ ਥੱਲੇ ਹੈ? ਉਹਦਾ ਕਾਰਨ ਇਹ ਹੈ ਲੋਕਾਂ ਨੇ ਜ਼ਿਆਦਾ ਖਰੀਦਣੇ ਸ਼ੁਰੂ ਕੀਤੇ ਆ ਸ਼ੇਅਰਸ। ਤਾਂ ਸਿੱਧਾ ਡਿਮਾਂਡ ਸਪਲਾਈ ਵਾਲਾ ਫਾਰਮੂਲਾ ਇੱਥੇ ਲੱਗਦਾ ਵੀ ਜਿੰਨੇ ਲੋਕ, ਜਿੰਨੀ ਇਹਦੀ ਅਸੈਪਟੇਬਿਲਿਟੀ ਲੋਕਾਂ ਦੇ ਵਿੱਚ ਜ਼ਿਆਦਾ ਵਧੇਗੀ, ਉਹਨਾਂ ਇਹ ਕਰੰਸੀ ਦੀ ਵੈਲਿਊ ਉੱਪਰ ਜਾਈ ਜਾਏਗੀ। ਮੀਨਸ ਕਿ ਇਹਦੇ ਵਿੱਚ ਪੂਰੇ ਪ੍ਰੋਪਰ ਫੰਡ ਮੈਨੇਜਰਸ ਬੈਠੇ ਨੇ, ਮੈਨੇਜਰਸ ਬੈਠੇ ਨੇ, ਪੂਰੀ ਟੀਮ ਬੈਠੀ ਹੋਈ ਹੈ, ਪੂਰਾ ਨੈਟਵਰਕ ਹੈ। ये पूरा एक सिस्टम बन चुका है, पूरा एक डिपार्टमेंट बन चुका है, पूरा एक इंस्टीट्यूट बन चुका है। Am I right, sir? बिल्कुल ठीक है, पर जिदे बारे नहीं पता, एक अंदाजा है, क्योंकि इन्ने वड्डे स्केल दे उत्ते जो ये चीज़ चल रही है, जो ये गेम खेडी जा रही है, तो ये पिछे बहुत जीनियस लोग बैठे ने, पूरी टीम है ਜਿਹਦੇ ਵਾਕਈ ਅਹੁਦੇ ਬਣੇ ਹੋਣਗੇ, ਜਿਵੇਂ ਬਾਕੀ ਇੰਸਟੀਚਿਊਟਸ ਦੇ ਵਿੱਚ ਹੁੰਦੇ ਨੇ। ਕੰਪਨੀ ਹੁੰਦੀ ਹੈ, ਇੱਕ ਕੰਪਨੀ ਹੈ ਜਿਸ ਨੂੰ ਕਈ ਸਰਕਾਰਾਂ ਨੇ ਮਾਨਤਾ ਵੀ ਦਿੱਤੀ, ਕਈ ਦੇਸ਼ਾਂ ਨੇ ਮਾਨਤਾ ਵੀ ਦਿੱਤੀ ਹੈ। ਪਰ ਜੋ ਅਸੀਂ ਐਸਟੀਮੇਟ ਲਗਾ ਰਹੇ ਹਾਂ ਕਿ ਇਹ ਇੱਕ ਗੈਂਬਲ ਹੈ, ਜੂਆ ਹੈ। ਡੋਂਟ ਯੂ ਥਿੰਕ ਸੋ? ਬਿਲਕੁਲ ਠੀਕ ਹੈ ਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਜੂਆ ਹੈ। ਹਿੰਦੁਸਤਾਨ ਚੋਂ 10.5 ਕਰੋੜ ਲੋਕਾਂ ਨੇ ਜੂਆ ਖੇਲਿਆ ਹੋਇਆ। 10.5 ਕਰੋੜ ਜਿਹੜੀਆਂ ਰਿਪੋਰਟਸ ਆ ਰਹੀਆਂ ਨੇ, ਉਹ ਕਿੰਨੀਆਂ ਠੀਕ ਹੈ ਕਿੰਨੀਆਂ ਨਹੀਂ, ਉਹ ਸਵਾਲ ਦੂਸਰਾ ਹੈ। ਲੇਕਿਨ ਜੋ ਅਖਬਾਰਾਂ ਦੇ ਵਿੱਚ, ਇਸ਼ਤਿਹਾਰਾਂ ਦੇ ਵਿੱਚ ਲਿਖਿਆ ਆ ਰਿਹਾ ਹੈ, ਜਾਂ ਜੋ ਜਿਹੜੀਆਂ ਕ੍ਰਿਪਟੋ ਕਰੰਸੀ ਵਾਲੀਆਂ ਏਜੰਸੀਜ਼ ਨੇ ਜੋ ਰਿਲੀਜ਼ ਕਰ ਰਹੀਆਂ ਰਿਪੋਰਟਸ, ਉਹ ਕਹਿੰਦੀਆਂ 10.5 ਕਰੋੜ ਹਿੰਦੁਸਤਾਨੀਆਂ ਨੇ 75,000 ਕਰੋੜ ਰੁਪਈਆ ਇਹਦੇ ਵਿੱਚ ਨਿਵੇਸ਼ ਕੀਤਾ ਹੋਇਆ, ਇਹਨਾਂ ਟੋਕਨਸ ਦੇ ਵਿੱਚ ਨਿਵੇਸ਼ ਕੀਤਾ ਹੋਇਆ। ਤੇ ਹਜੇ ਇਹ ਬਿੱਲ ਪੈਂਡਿੰਗ ਹੈ ਜੋ ਗਵਰਨਮੈਂਟ ਆਫ ਇੰਡੀਆ ਨੇ ਪਾਸ ਕਰਨਾ ਹੈ ਇਹਦੇ ਖਿਲਾਫ ਜਾਂ ਇਹਦੇ ਹੱਕ ਦੇ ਵਿੱਚ, ਹਜੇ ਉਹ ਪੈਂਡਿੰਗ ਹੈ। ਬਿਲਕੁਲ ਠੀਕ ਹੈ ਜੀ। ਤੇ ਇਸੇ ਤਰ੍ਹਾਂ ਬਾਕੀ ਮੁਲਕਾਂ ਨੇ ਵੀ ਹਜੇ ਡਿਸੀਜਨ ਲੈਣਾ ਹੈ। ਕਈ ਲੈ ਚੁੱਕੇ ਨੇ, ਕਈ ਸਖਤ ਰੁਖ ਅਪਣਾ ਚੁੱਕੇ ਨੇ, ਕਈ ਹਜੇ ਫਲੈਕਸੀਬਲ ਨੇ, ਸੋਚ ਰਹੇ ਨੇ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ। ਇਸ ਦੇ ਬਾਰੇ ਮੈਂ ਇੱਕ ਚੀਜ਼ ਹੋਰ ਇਹਦੇ ਚ ਐਡ ਕਰਦਾ। ਹੁਣ ਮੁਲਕਾਂ ਦੇ ਵਿੱਚ ਵੀ ਇੱਕ ਪਾੜਾ ਵੱਧ ਰਿਹਾ ਹੈ। ਦੇਖੋ ਨਾ ਜੀ, ਐਲ ਸੈਲਵਾਡੋਰ ਜਿਹੜਾ ਪਹਿਲਾ ਮੁਲਕ ਹੈ ਜਿਹਨੇ ਇਸ ਕਰੰਸੀ ਨੂੰ ਮਾਨਤਾ ਦਿੱਤੀ, ਨਾਲ ਇਹਦੇ ਹੁਣ ਕਿਊਬਾ ਤੇ ਬ੍ਰਾਜ਼ੀਲ ਵੀ ਲੱਗ ਗਏ।
ਉਹ ਦੇਖੋ ਕੀ ਕਰ ਰਿਹਾ ਅਲ ਸਲਵਾਡੋਰ। ਉਹ ਕਹਿੰਦਾ ਮੈਂ ਬਿਟਕੋਇਨ ਸਿਟੀ ਲੈ ਕੇ ਆਉਣਾ ਹੈ। ਇੱਕ ਸ਼ਹਿਰ ਇਦਾਂ ਦਾ ਹੈ ਜਿਹਦਾ ਨਾਮ ਹੀ ਬਿਟਕੋਇਨ ਸਿਟੀ ਪਾਤਾ ਉਹਨੇ, ਕਿ ਅਸੀਂ ਇੱਕ ਬਿਟਕੋਇਨ ਸਿਟੀ ਬਣਾਉਣਾ, ਜਿਹਦੇ ਵਾਸਤੇ ਉਹ ਕਹਿੰਦਾ ਵੀ ਅਸੀਂ ਜਿਹੜਾ ਪੈਸਾ ਚਾਹੀਦਾ ਉਹ ਵੀ ਬਿਟਕੋਇਨਸ ਦੇ ਵਿੱਚ $1 ਬਿਲੀਅਨ, ਇਹਦਾ ਮਤਲਬ ਹੋ ਗਿਆ ਤਕਰੀਬਨ 7500 ਕਰੋੜ ਰੁਪਈਆ, 7575 ਰੁਪਏ ਦੀ ਆਪਣੀ ਕਰੰਸੀ ਲਾ ਕੇ ਚੱਲੀਏ ਤਾਂ 7500 ਕਰੋੜ ਦਾ ਉਹ ਕਹਿੰਦਾ ਐਲ ਸਲਵਾਡੋਰ ਵੀ ਅਸੀਂ ਬਿਟਕੋਇਨ ਬਣਾਉਣਾ, ਲੋਕਾਂ ਨੂੰ ਬਿਟਕੋਇਨ ਵੇਚ ਕੇ ਬਿਟਕੋਇਨ ਸਿਟੀ ਬਣਾਉਣਾ, ਲੋਕਾਂ ਤੋਂ ਪੈਸੇ ਲੈ ਕੇ ਬਿਟਕੋਇਨ ਉਹਨਾਂ ਨੂੰ ਦੇਣੇ ਆ ਔਰ ਬਿਟਕੋਇਨ ਸਿਟੀ ਬਣਾਉਣਾ। ਦੇਖੋ ਜੀ, ਇੱਕ ਕੰਮ ਇਹ ਹੋ ਰਿਹਾ। ਨਾਲ ਦੇ ਨਾਲ ਉਹ ਕਹਿੰਦਾ ਵੀ ਕਿਉਂਕਿ ਇਹ ਕੰਪਿਊਟਰਾਂ ਤੇ ਚੱਲਦਾ ਇਸ ਕਰਕੇ એનર્ਜੀ ਬਹੁਤ ਯੂਜ਼ ਹੁੰਦੀ ਹੈ, ਅਸੀਂ ਗ੍ਰੀਨ એનર્ਜੀ ਵੱਲ ਜਾ ਰਹੇ ਹਾਂ ਤਾਂ ਅਸੀਂ ਜੀਓਥਰਮਲ એનર્ਜੀ ਯੂਜ਼ ਕਰਾਂਗੇ ਇਹਦੇ ਵਾਸਤੇ। ਜਿਹੜੇ ਕੰਪਿਊਟਰ ਵੀ ਇਸ ਚੀਜ਼ ਦਾ ਸਾਰਾ ਲੇਖਾ ਜੋਖਾ ਰੱਖਣਗੇ ਕ੍ਰਿਪਟੋ ਕਰੰਸੀ ਦਾ, ਉਹ ਸਾਰੇ ਕੰਪਿਊਟਰ ਵੀ ਗ੍ਰੀਨ એનર્ਜੀ ਨਾਲ ਚੱਲਣਗੇ। ਮਤਲਬ ਇੱਕ ਐਕਸਟ੍ਰੀਮ ਉਹ ਗੱਲ ਕਰ ਰਿਹਾ ਬਿਟਕੋਇਨ ਸਿਟੀ, ਦੂਜੀ ਉਹ ਗੱਲ ਕਰ ਰਿਹਾ ਵੀ ਮੈਂ ਉਹ ਲੋਕਾਂ ਨੂੰ ਬਿਟਕੋਇਨ ਦੇਣੇ, ਔਰ ਤੀਸਰੀ ਗੱਲ ਕਰ ਰਿਹਾ ਜੀਓਥਰਮਲ એનર્ਜੀ ਨਾਲ ਬਣਾਉਣ। ਦੂਜੇ ਪਾਸੇ ਉਹਦੇ ਅਗੇਂਸਟ ਚਾਈਨਾ ਖੜਾ। ਚੀਨ ਕਹਿੰਦੀ ਹੈ ਵੀ ਅਸੀਂ ਤਾਂ ਜੀ ਇਹ ਚੱਲਣ ਨਹੀਂ ਦੇਣੀ, ਉਹਨਾਂ ਨੇ ਬੈਨ ਕਰਤੀ। ਦੂਜੀ ਗੱਲ ਉਹ ਕਹਿੰਦਾ ਵੀ ਅਸੀਂ ਚਾਈਨੀਜ਼ ਯੂਆਨ ਜਿਹੜਾ ਹੈਗਾ, ਅਸੀਂ ਡਿਜੀਟਲ ਯੂਆਨ ਜਿਹੜਾ ਹੈ ਉਹ ਲੈ ਕੇ ਆ ਰਹੇ ਹਾਂ। ਤੀਸਰੀ ਚੀਜ਼ ਇਹਦੇ ਨਾਲ ਹੈ ਕਿਉਂਕਿ ਚਾਈਨਾ ਦੇ ਵਿੱਚ ਐਤਕੀ 2022 ਦੇ ਵਿੱਚ ਬੀਜਿੰਗ ਵਿੰਟਰ ਓਲੰਪਿਕਸ ਹੋਣੇ ਨੇ। ਉਹ ਕਹਿੰਦਾ ਵੀ ਜਿਹੜੇ ਲੋਕ ਉਸ ਓਲੰਪਿਕਸ ਦੇ ਵਿੱਚ ਹਿੱਸਾ ਲੈਣ ਆਉਣਗੇ, ਅਸੀਂ ਉਹ ਲੋਕਾਂ ਦੀ ਜਿਹੜੀ ਕਰੰਸੀ ਹੈ ਉਹਨੂੰ ਕਨਵਰਟ ਕਰਕੇ, ਚਾਹੇ ਉਹ ਡਾਲਰ ਲੈ ਕੇ ਆਉਣ, ਰੁਪਈਆ ਲੈ ਕੇ ਆਉਣ, ਰੂਬਲ ਲੈ ਕੇ ਆਉਣ, ਯੂਰੋ ਲੈ ਕੇ ਆਉਣ, ਅਸੀਂ ਉਹਨੂੰ ਡਿਜੀਟਲ ਯੂਆਨ ਦੇ ਵਿੱਚ ਕਨਵਰਟ ਕਰ ਦੇਣਾ। ਦੇਖੋ ਦੋ ਐਕਸਟ੍ਰੀਮ ਹੋ ਗਈਆਂ, ਵਰਲਡ ਓਵਰ ਦੋ ਐਕਸਟ੍ਰੀਮਸ ਬਣ ਗਏ। ਇੱਕ ਪੂਰਾ ਜ਼ੋਰ ਸ਼ੋਰ ਦੇ ਨਾਲ ਬਿਟਕੋਇਨ ਦੇ ਮਗਰ ਲੱਗ ਗਈ ਹੈ, ਦੂਜਾ ਚੀਨ ਵਰਗੇ ਮੁਲਕ ਨੇ ਜਿਹੜੇ ਇਹ ਕਹਿੰਦੇ ਅਸੀਂ ਬਿਟਕੋਇਨ ਤਾਂ ਛੱਡੋ, ਅਸੀਂ ਆਪਣੀ ਡਿਜੀਟਲ ਯੂਆਨ ਜਿਹੜਾ ਹੈ ਅਸੀਂ ਆਪਣੀ ਕਰੰਸੀ ਨੂੰ ਪ੍ਰਮੋਟ ਕਰਨਾ ਹੈਗਾ। ਤਾਂ ਪਾੜਾ ਜਿਹੜਾ ਹੈ ਬਹੁਤ ਵੱਧ ਰਿਹਾ ਔਰ ਇਹ ਸਮਝ ਨਹੀਂ ਆ ਰਿਹਾ ਵੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹੋਏਗਾ ਕੀ। ਕਿਆ ਡਾਲਰ ਜਿਹੜਾ ਹੈ ਉਹ ਕੀ ਹੋਏਗਾ? ਡਾਲਰ ਜਿਹੜਾ ਅਮਰੀਕਾ ਹੈ ਜਿਹਦਾ ਪੂਰਾ ਸਿੱਕਾ ਚੱਲਦਾ ਦੁਨੀਆ ਦੇ ਵਿੱਚ, ਉਸ ਡਾਲਰ ਉਹ ਕਿੱਥੇ ਜਾਏਗਾ? ਕਿਆ ਚਾਈਨੀਜ਼ ਯੂਆਨ ਜਿਹੜਾ ਉਹ ਉਹਨੂੰ ਓਵਰਟੇਕ ਕਰ ਲੇਗਾ, ਜਾਂ ਐਲ ਸਲਵਾਡੋਰ ਵਰਗੇ ਮੁਲਕ ਜਿਹੜੇ ਨੇ ਜਿਹੜੇ ਬਿਟਕੋਇਨ ਚਲਾ ਰਹੇ ਆ, ਇਹ ਕੱਲ ਨੂੰ ਟ੍ਰੇਡਿੰਗ ਜਿਹੜੀ ਆ ਅੰਤਰਰਾਸ਼ਟਰੀ ਜਿਹੜੀ ਟ੍ਰੇਡਿੰਗ ਹੋਣੀ ਹੈ ਉਹ ਉਹਦੇ 'ਚ ਹੋਣੀ ਹੈ। ਹਜੇ ਬਹੁਤ ਸਾਰੇ ਸਵਾਲ ਜਿਹੜੇ ਨੇ ਬਿਲਕੁਲ ਗੁੰਝਲਦਾਰ ਪਏ ਨੇ, ਜਿਨ੍ਹਾਂ ਦੇ ਬਾਰੇ ਹਜੇ ਕੋਈ ਜਵਾਬ ਨਹੀਂ ਦਿੱਤਾ ਜਾ ਸਕਦਾ। ਸਰ, ਐਜ਼ ਐਨ ਐਕਸਪਰਟ, ਕੀ ਤੁਸੀਂ ਇਸ ਗੱਲ ਦੇ ਉੱਤੇ ਟੇਕ ਲੈਣਾ ਚਾਹੋਗੇ ਕਿ ਮੈਂ ਕਹਾਂ ਕਿ ਇਹ ਕ੍ਰਿਪਟੋ ਕਰੰਸੀ ਇੱਕ ਦਿਨ ਇਸ ਐਗਜ਼ਿਸਟਿੰਗ ਵਰਲਡ ਇਕਨੋਮੀ ਨੂੰ ਡਿਸਟਰੋਏ ਕਰ ਦੇਵੇਗੀ? ਨਹੀਂ, ਇਹ ਡਿਪੈਂਡ ਕਰੇਗਾ ਜੀ ਸਰਕਾਰਾਂ ਦਾ ਰਵੱਈਆ ਕੀ ਹੈ। ਦੇਖੋ, ਜੇ ਸਰਕਾਰਾਂ ਸਾਡੀਆਂ ਜੇ ਇਹਨੂੰ ਪ੍ਰਮੋਟ ਕਰ ਰਹੀਆਂ ਨੇ, ਡਿਊਬੀਅਸ ਗੇਮ ਨਹੀਂ ਚੱਲੇਗੀ। ਜਿੱਦਾਂ ਸਾਡੀ ਸਰਕਾਰ ਨੇ ਇੱਕ ਡਬਲ ਗੇਮ ਜੀ ਖੇਡੀ ਹੋਈ ਹੈ, ਉਹ ਗੇਮਾਂ ਨਹੀਂ ਚੱਲਣਗੀਆਂ। ਜੇ ਤਾਂ ਸਰਕਾਰ ਜਾਂ ਇਹਨੂੰ ਬੈਕਅਪ ਕਰੇਗੀ ਜਾਂ ਇਹਨੂੰ ਬਿਲਕੁਲ ਨਲੀਫਾਈ ਕਰ ਦੇਗੀ ਕਿ ਅਸੀਂ ਇਹਨੂੰ ਨਹੀਂ ਚੱਲਣ ਦੇਣਾ, ਇੱਕ ਪਾਸਾ ਲਏਗਾ। ਜੇ ਉਹ ਕਹੇਗੀ, ਜੇ ਹਿੰਦੁਸਤਾਨ ਕਹੇਗਾ ਕਿ ਅਸੀਂ, ਹਿੰਦੁਸਤਾਨ ਦੀ ਸਰਕਾਰ ਕਹੇਗੀ ਅਸੀਂ ਇਹਨੂੰ ਚੱਲਣ ਦਿੰਦੇ ਹਾਂ, ਸਭ ਕੁਝ ਚੱਲੇਗਾ, ਫਿਰ ਅਸੀਂ ਇਹਨੂੰ ਰੋਕ ਨਹੀਂ ਸਕਦੇ। ਆਲਟਰਨੇਟ ਬਣੇਗਾ ਹੀ ਬਣੇਗਾ। ਇੱਕ ਪ੍ਰਾਈਵੇਟ ਕਰੰਸੀ ਦੇ ਤੌਰ ਤੇ ਜ਼ਰੂਰ ਹਿੰਦੁਸਤਾਨ ਦੇ ਵਿੱਚ ਇਹ ਚੱਲੇਗੀ। ਜੇ ਹਿੰਦੁਸਤਾਨ ਸਰਕਾਰ ਇਹਨੂੰ ਬਿਲਕੁਲ ਆਊਟਰਾਈਟਲੀ ਮਨਾ ਕਰ ਦਿੰਦੇ ਆ, ਚੀਨ ਅਗਰ ਸਟ੍ਰਿਕਟ ਹੋ ਜਾਂਦੇ ਸੀ ਨਹੀਂ ਚੱਲਣ ਦੇਣਾ, ਫਿਰ ਇਹ ਬਿਲਕੁਲ ਨਹੀਂ ਚੱਲੇਗੀ, ਫਿਰ ਇਹ ਇਲੀਗਲ ਹੋ ਜਾਏਗੀ ਜੀ, ਗੈਰ ਕਾਨੂੰਨੀ ਬਣੇਗੀ। ਸੋ ਤੁਹਾਡੀ ਪਰਸਨਲ ਐਡਵਾਈਸ ਕੀ ਹੈ ਇੰਡੀਅਨਸ ਨੂੰ ਤੇ ਵਰਲਡ ਸਿਟੀਜ਼ਨਸ ਨੂੰ? ਮੇਰੀ ਹਜੇ ਇੰਡੀਅਨਸ ਨੂੰ ਤਾਂ ਇਹੀ ਐਡਵਾਈਸ ਰਹੇਗੀ ਕਿ ਹਜੇ ਇਸ ਦੇ ਉੱਤੇ ਉਨਾ ਕੀ ਰਿਸਕ ਲਓ ਜਿੰਨਾ ਕਿ ਤੁਸੀਂ ਸਹਾਰ ਸਕਦੇ ਹੋ, ਉਸ ਤੋਂ ਜ਼ਿਆਦਾ ਪੈਸਾ ਨਾ ਲਾਓ। ਇਹ ਨਾ ਹੋਵੇ ਵੀ ਅਸੀਂ ਪੈਸਾ ਜ਼ਿਆਦਾ ਲਾ ਦਈਏ ਤਾਂ ਸਰਕਾਰ ਇਹਨੂੰ ਬੰਦ ਕਰ ਦੇਵੇ, ਗੈਰ ਕਾਨੂੰਨੀ ਇਹਨੂੰ ਡਿਕਲੇਅਰ ਕਰ ਦੇਵੇ। ਤਾਂ ਹਜੇ ਘੱਟੋ ਘੱਟ 1 ਹਫ਼ਤਾ ਇਹਦੇ ਬਾਰੇ ਬਿਲਕੁਲ ਭੁੱਲ ਜਾਓ। ਜੋ ਕੁਝ ਹੈ ਉਸੇ ਦੇ ਉੱਤੇ ਸਟੈਂਡ ਸਟਿਲ ਰੱਖਿਆ ਜਾਏ, ਜਿੰਨਾ ਲੱਗਾ ਹੋਰ ਨਾ ਲਾਇਆ ਜਾਵੇ। ਜਿਹਨੂੰ ਇਸ ਚੀਜ਼ ਦਾ ਖਦਸ਼ਾ ਹੈ ਕਿ ਮੈਂ ਕਿਤੇ ਹਾਰ ਨਾ ਜਾਵਾਂ ਜਾਂ ਕਿਤੇ ਇਹ ਜੂਏ ਦੇ ਵਿੱਚ ਕਿਤੇ ਮੈਂ ਪੈਸਾ ਗਵਾ ਨਾ ਲਵਾਂ, ਉਹ ਪੈਸਾ ਕਢਾ ਸਕਦੇ ਨੇ। ਲੇਕਿਨ ਰੁਖ ਜਿਹੜਾ ਹੈ ਉਹ ਕਲੀਅਰ ਉਦੋਂ ਹੀ ਹੋਏਗਾ ਜਦੋਂ ਸਾਡੀ ਸਰਕਾਰ ਇਹਦੇ ਬਾਰੇ ਕੋਈ ਡਾਇਰੈਕਸ਼ਨ ਦੇਗੀ ਜਾਂ ਕੋਈ ਡਿਕਲੇਅਰ ਕਰੇਗੀ ਕਿ ਅਸੀਂ ਕੀ ਸੋਚਿਆ ਇਸ ਦੇ ਬਾਰੇ। ਸੋ ਗਲੋਬਲ ਵਿਲੇਜ ਬਣ ਚੁੱਕੀ ਹੈ। ਹਜੇ ਤੱਕ ਕੀ ਹੋਇਆ ਜੀ ਕਿ ਪਹਿਲਾਂ ਸੁਪਰੀਮ ਕੋਰਟ ਨੇ ਇਹਨੂੰ ਸਰਕਾਰ ਨੇ ਮਨਾ ਕਰਤਾ, 2017 ਦੇ ਵਿੱਚ ਇਹਨੂੰ ਮਨਾ ਕਰਤਾ।
ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹਨੂੰ ਹਰੀ ਝੰਡੀ ਦੇ ਦਿੱਤੀ। ਨਹੀਂ ਜੀ, ਉਹਨਾਂ ਨੇ ਸਰਕਾਰ ਨੂੰ ਕਿ ਜਦੋਂ ਤੁਹਾਡੇ ਕੋਲ ਕਾਨੂੰਨ ਹੀ ਨਹੀਂ, ਤੁਸੀਂ ਇਹਨੂੰ ਰੋਕ ਕਿੱਦਾਂ ਰਹੇ ਹੋ। ਫਿਰ ਆਰਬੀਆਈ ਨੇ ਇੱਕ ਸਖਤ ਜਿਹਾ ਬਿੱਲ ਬਣਾ ਕੇ ਭੇਜਤਾ ਬੈਂਕਾਂ ਦੇ ਕੋਲ ਵੀ ਜੇ ਤੁਸੀਂ ਪੈਸਾ ਲਵਾਓਗੇ ਲੋਕਾਂ ਦਾ ਇਹਦੇ ਵਿੱਚ ਤਾਂ ਅਸੀਂ ਤੁਹਾਡੇ ਤੇ ਮਨੀ ਲਾਂਡਰਿੰਗ ਦਾ ਜਾਂ ਟੈਰਰਿਸਟ ਐਕਟੀਵਿਟੀਜ਼ ਦੇ ਕੇਸ ਦੇ ਉੱਤੇ ਜੇ ਕੋਈ ਗਲਤ ਹੋ ਜਾਂਦਾ ਅਸੀਂ ਬਹੁਤ ਸਖਤ ਐਕਸ਼ਨ ਲਵਾਂਗੇ। ਤਾਂ ਸਾਡਾ ਜਿਹੜਾ ਰਵੱਈਆ ਹੈ ਨਾ ਜੀ, ਬਹੁਤ ਗੋਲਮੋਲ ਰਿਹਾ ਹਜੇ ਤੱਕ। ਪਿਛਲੇ 5-4 ਸਾਲ ਦਾ ਜਦੋਂ ਅਸੀਂ ਡਿਵੈਲਪਮੈਂਟਸ ਦੇਖਦੇ ਹਾਂ, ਕੋਈ ਸਕਾਰਾਤਮਕ ਡਿਵੈਲਪਮੈਂਟਸ ਨਹੀਂ ਹੈਗੀਆਂ ਇਹਨੂੰ ਲੈ ਕੇ। ਸੋ ਪੂਰੀ ਦੁਨੀਆ ਇੱਕ ਗਲੋਬਲ ਵਿਲੇਜ ਬਣ ਚੁੱਕੀ ਹੈ। ਸੋ ਵਰਲਡ ਸਿਟੀਜ਼ਨਸ ਨੂੰ ਕੋਈ ਐਡਵਾਈਸ ਦੇਣਾ ਚਾਹੋਗੇ ਤੁਸੀਂ? ਉਨਾ ਹੀ ਰਿਸਕ ਲਿੱਤਾ ਜਾਵੇ, ਜਿਹੜੀ ਮੈਂ ਹਿੰਦੁਸਤਾਨ ਦੇ ਲਈ ਐਡਵਾਈਸ ਦਿੱਤੀ ਹੈ ਵੀ ਉਨਾ ਹੀ ਰਿਸਕ ਲਿਆ ਜਾਵੇ ਜਿੰਨਾ ਕਿ ਅਸੀਂ ਡਾਈਜੈਸਟ ਕਰ ਸਕਦੇ ਹਾਂ। ਬਹੁਤਾ ਜ਼ਿਆਦਾ ਰਿਸਕ ਨਾ ਲਿੱਤਾ ਜਾਵੇ। ਇਸ ਕਰੰਸੀ ਦਾ ਹਜੇ ਫਿਊਚਰ ਨਹੀਂ ਪਤਾ ਵੀ ਇਹ ਚੱਲੇਗੀ ਜਾਂ ਨਹੀਂ ਚੱਲੇਗੀ। So, Dr. Rajiv Khosla ji, thank you very much for this wonderful talk, for this enlightening talk. Thank you so much. So, Bitcoins, cryptocurrency ਜਾਂ ਹੋਰ ਵੀ ਕੋਈ ਨਾਮ ਇਹਦੇ ਦਿੱਤੇ ਜਾ ਸਕਦੇ ਨੇ, ਤੁਸੀਂ ਇਸ ਦੇ ਨਾਲ ਬਿਲਕੁਲ ਹੀ ਕੇਅਰਫੁਲ ਰਹੋ ਜਿਸ ਤਰ੍ਹਾਂ ਡਾਕਟਰ ਰਾਜੀਵ ਖੋਸਲਾ ਤੁਹਾਨੂੰ ਸਮਝਾ ਰਹੇ ਨੇ। ਸੋ ਡੋਂਟ ਟੇਕ ਐਨੀ ਰਿਸਕ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ੍ਰੀ ਅਕਾਲ।